ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ਼੍ਰੀ ਨਾਨਕ ਭਗ ਪੰਕਜ ਬੰਦਨ, ਭਗ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਤਿਗੁਰ ਆਗਿਆ ਸਭ ਕੋ ਦਈ, ਦਿਨ ਮਨ ਅਥਿਓ ਨਿਸਾ ਅਬ ਭਈ। ਸ੍ਰੀ ਹਰਗੋਬਿੰਦ ਕੇ ਸੰਗ ਜਾਵਹੋ, ਗਮਨਹੁ ਨਗਰ ਬਿਖੈ ਸੁਖ ਪਾਵਹੋ। ਸਤਿਗੁਰ ਆਗਿਆ ਸਭ ਕੋ ਦਈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ
ਪਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਜਿੱਥੇ ਆਪ ਜੀ ਸਿੱਖ ਸੰਗਤਾਂ ਇਸ ਸਥਾਨ 'ਤੇ ਆਏ ਹੋ, ਇਲਾਕੇ ਦੀਆਂ ਸੰਗਤਾਂ ਆਈਆਂ ਨੇ। ਬਹੁਤ ਪਿਆਰ ਰੱਖਣ ਵਾਲੇ ਇੰਗਲੈਂਡ ਤੋਂ ਭਾਈ ਬਲਦੇਵ ਸਿੰਘ ਜੀ ਰੈਡਨੀ ਤੋਂ, ਉਹ ਵੀ ਸੰਗਤ ਜੀ ਬੜੇ ਚਾਅ ਦੇ ਨਾਲ ਆਏ ਹਨ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਮਿਹਰਾਂ ਕਰਨ, ਰਹਿਮਤਾਂ ਕਰਨ। ਆਓ ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਬੜੇ ਹੀ ਪ੍ਰੇਮ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਜਿਸ ਪ੍ਰਸੰਗ ਨੂੰ ਆਪ ਜੀ ਸਰਵਣ ਕਰ ਰਹੇ ਹੋ, ਉਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡਾ ਬਹੁਤ ਹੀ ਭਲਾ ਕੀਤਾ ਹੈ ਜੀ। ਜੇ ਅਸੀਂ ਰੋਮ ਰੋਮ ਕਰਕੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ੁਕਰ ਕਰੀਏ ਨਾ ਜੀ, ਤਾਂ ਵੀ ਆਪਾਂ ਮਹਾਰਾਜ ਜੀ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਧ ਸੰਗਤ ਦੀ ਭਲਾ ਕੀਤਾ। ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਂਦੀਆਂ। ਉਸ ਤੋਂ ਬਾਅਦ ਰਾਮਸਰ ਸਾਹਿਬ ਵਾਲਾ ਜਿਹੜਾ ਅਸਥਾਨ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਹਾਨ ਕਾਰਜ ਨੂੰ ਚੁਣਿਆ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਵਾਈ ਹੋਣੀ ਹੈ। ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਾਈ ਗੁਰਦਾਸ ਜੀ ਸੱਦ ਕੇ ਲੈ ਕੇ ਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਅਸਥਾਨ ਤਿਆਰ ਹੈ, ਆਪ ਜੀ ਆ ਕੇ ਵੇਖ ਲਓ। ਗੁਰੂ ਅਰਜਨ ਦੇਵ ਮਹਾਰਾਜ ਪੋਥੀਆਂ ਵਾਲੀ ਪਾਲਕੀ ਨਾਲ ਲੈ ਕੇ ਆਉਂਦੇ ਹੈ। ਜਿੱਥੇ ਕਨਾਤਾਂ ਲੱਗੀਆਂ, ਤੰਬੂ ਲੱਗਾ ਹੈ, ਉੱਥੇ ਮਹਾਰਾਜ ਨੇ ਉਹ ਪਾਲਕੀ ਸਾਹਿਬ ਸੁਭਾਏਮਾਨ ਕਰ ਦਿੱਤੀ ਵੀ। ਮਹਾਰਾਜ ਉੱਥੇ ਬੈਠੇ ਸੰਗਤਾਂ ਨਾਲ ਬਚਨ ਕੀਤਾ। ਤੁਸੀਂ ਸੁਣਿਆ ਸੀਗਾ, ਪਾਣੀ ਦਾ ਇੱਕ ਛੋਟਾ ਜਿਹਾ ਕੁੰਭ ਸੀਗਾ ਉੱਥੇ ਜੀ। ਕੁੰਡ ਭਾਵ ਨੀਵੀਂ ਥਾਂ ਉੱਤੇ ਪਾਣੀ ਪਹਿਲਾਂ ਹੀ ਟਿਕਿਆ ਹੋਇਆ ਸੀਗਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਕਹਿਣ ਲੱਗੇ, ਭਾਈ ਪਿਆਰਿਓ, ਇਹਨੂੰ ਥੋੜ੍ਹਾ ਹੋਰ ਵੱਡਾ ਕਰ ਦਿਓ ਅਤੇ ਥੋੜ੍ਹਾ ਸਰੋਵਰ ਬਣਾ ਦਿਓ। ਸੰਗਤ ਜੀ ਉੱਥੇ ਨਾਲ ਨਾਲ ਹੋਰ ਮਿੱਟੀ ਪੁੱਟ ਕੇ ਉਹਨੂੰ ਵੱਡਾ ਕੀਤਾ ਗਿਆ, ਸਰੋਵਰ ਬਣਾਇਆ ਗਿਆ। ਸੰਗਤਾਂ ਨੇ ਪੁੱਛਿਆ, ਮਹਾਰਾਜ 3 ਪੈਰ ਵਿੱਚ ਉਹ ਸਰੋਵਰ ਤਿਆਰ ਹੋਇਆ ਜੀ। ਵਾਹਿਗੁਰੂ 1 ਪੈਰ ਵਿੱਚ ਜੀ, 1 ਪੈਰ ਵਿੱਚ ਉਹ ਸਰੋਵਰ ਤਿਆਰ ਹੋ ਗਿਆ। ਸੰਗਤਾਂ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਹਿਲਾਂ 2 ਸਰੋਵਰ ਬਣੇ ਆ, ਇੱਕ ਦਾ ਨਾਮ ਸੁਧਾ ਸਰ ਰੱਖਿਆ, ਇੱਕ ਦਾ ਨਾਮ ਸੰਤੋਖ ਸਰ ਰੱਖਿਆ। ਇਸ ਸਰੋਵਰ ਦਾ ਕੀ ਨਾਮ ਰੱਖਣਾ ਹੈ? ਤੇ ਸੰਗਤਾਂ ਵਿੱਚ ਬਹੁਤ ਆਦਰਯੋਗ, ਪੂਜਣੇਯੋਗ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਦੱਸੋ ਵੀ ਸਰੋਵਰ ਦਾ ਕੀ ਨਾਮ ਰੱਖਣਾ ਹੈ ਜੀ। ਸੁਣਦਿਆਂ ਸਾਰੀ ਬਾਬਾ ਜੀ ਨਿਮਰਤਾ ਵਿੱਚ ਆ ਗਏ। ਕਿਉਂ? ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਬਹੁਤ ਉੱਚਾ ਹੁੰਦਾ ਹੈ ਜੀ, ਉੱਚੇ ਤੋਂ ਵੀ ਉੱਚਾ ਹੁੰਦਾ ਹੈ। ਪਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵਿਚਰਨ ਵਾਲਾ ਪੁਰਸ਼ ਮਨੋਂ ਬਹੁਤ ਨੀਵਾਂ ਹੁੰਦਾ ਹੈ ਜੀ। ਬਾਬਾ ਜੀ ਹੋਣਾ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੱਥੇ ਤੁਸੀਂ ਬੈਠੇ ਹੋ ਉੱਥੇ ਅਸੀਂ ਕੀ ਨਾਮ ਦੱਸ ਸਕਦੇ ਹਾਂ? ਮਹਾਰਾਜ ਆਪ ਹੀ ਕਿਰਪਾ ਕਰਦੇ ਹੋ ਸੱਚੇ ਪਾਤਸ਼ਾਹ। ਮਹਾਰਾਜ ਕਹਿਣ ਲੱਗੇ, ਪੰਚਵਟੀ ਵਰਗਾ ਸਥਾਨ ਹੈ। ਪੰਚਵਟੀ ਵਿੱਚ ਸ਼੍ਰੀ ਰਾਮਚੰਦਰ ਜੀ ਆ ਕੇ ਠਹਿਰੇ ਸੀਗੇ। ਲੋਕ ਮੰਨਦੇ ਉੱਥੇ ਰਾਮ ਦਾ ਵਾਸਾ। ਮਹਾਰਾਜ ਕਹਿਣ ਲੱਗੇ, ਉੱਥੇ ਅਵਤਾਰੀ ਪੁਰਸ਼ ਸ਼੍ਰੀ ਰਾਮ ਦਾ ਵਾਸਾ ਹੈ, ਇੱਥੇ ਕਰਤਾ ਪੁਰਖ ਰਾਮ ਦਾ ਵਾਸਾ ਹੋਏਗਾ। ਕਹਿਣ ਲੱਗੇ, ਅਕਾਲ ਪੁਰਖ ਰਾਮ ਦਾ ਵਾਸਾ ਹੋਏਗਾ।
ਕਿਉਂ ਇੱਥੇ ਉਹਦਾ ਨਾਮ ਜਪਿਆ ਜਾਣਾ? ਮਹਾਰਾਜ ਕਹਿਣ ਲੱਗੇ ਸਾਰੀ ਬਾਣੀ ਇੱਥੇ ਉਚਾਰੀ ਜਾਣੀ ਹੈ, ਰਾਮ ਪਰਮੇਸ਼ਰ ਦਾ ਨਾਮ ਲਿੱਤਾ ਜਾਣਾ ਹੈ। ਇਸ ਕਰਕੇ ਇਸ ਅਸਥਾਨ ਦਾ ਨਾਮ ਰਾਮ ਦਾ ਵਾਸਾ ਹੋਣ ਕਰਕੇ, ਪਰਮੇਸ਼ਰ ਦਾ ਵਾਸਾ ਹੋਣ ਕਰਕੇ ਇਸ ਜਗ੍ਹਾ ਦਾ ਨਾਮ ਰਾਮਸਰ ਰੱਖਣਾ ਮਹਾਰਾਜ ਕਹਿਣ ਲੱਗੇ। ਸੰਗਤਾਂ ਨੇ ਬੜੀ ਖੁਸ਼ੀ ਕੀਤੀ। ਸਰੋਵਰ ਦੇ ਕੰਢੇ ਉੱਤੇ ਬੈਠ ਕੇ ਮਹਾਰਾਜ ਨੇ ਸ਼ਬਦ ਪੜ੍ਹਿਆ ਗੌੜੀ ਰਾਗ ਵਿੱਚ ਜੀ। ਕੱਲ ਤੁਸੀਂ ਸੁਣਿਆ ਸੀਗਾ, ਆਖਰੀ ਅਰਥ ਵੀ ਉਸ ਸ਼ਬਦ ਦੇ ਸਰਵਣ ਕੀਤੇ ਸਨ। ਮਹਾਰਾਜ ਨੇ ਸ਼ਬਦ ਪੜ੍ਹਿਆ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਭਾਈ ਪਿਆਰਿਓ, ਨਿਤਾ ਪ੍ਰਤੀ ਰਾਮਸਰ ਵਿੱਚ ਇਸ਼ਨਾਨ ਕਰੋ। ਦੋ ਰਾਮਸਰ ਮੰਨੇ ਜਾਂਦੇ ਆ, ਇੱਕ ਰਾਮਸਰ ਸਾਹਿਬ ਸਰੋਵਰ, ਇੱਕ ਰਾਮਸਰ ਜਿੱਥੇ ਪਰਮੇਸ਼ਰ ਦੇ ਨਾਮ ਜਪਿਆ ਜਾਂਦਾ ਹੈ, ਉਹ ਵੀ ਸਰੋਵਰ ਹੈ। ਮਹਾਰਾਜ ਕਹਿਣ ਲੱਗੇ ਹਰ ਰੋਜ਼ ਇਸ਼ਨਾਨ ਕਰੋ। ਨਿਰਮਲ ਉਦਕ ਗੋਬਿੰਦ ਕਾ ਨਾਮ, ਸਭ ਤੋਂ ਨਿਰਮਲ ਕੀ ਹੈ? ਗੋਬਿੰਦ ਵਾਹਿਗੁਰੂ ਦਾ ਨਾਮ ਜਿਹੜਾ ਉਹ ਨਿਰਮਲ ਜਲ ਹੈ। ਮਹਾਰਾਜ ਕਹਿਣ ਲੱਗੇ ਮੱਜਨ ਕਰਤ ਪੂਰਨ ਸਭ ਕਾਮ, ਜਿਹੜਾ ਰੱਬ ਦੇ ਨਾਮ ਦੇ ਜਲ ਨਾਲ ਇਸ਼ਨਾਨ ਕਰਦਾ ਨਾ ਜੀ, ਉਹਦੇ ਸਾਰੇ ਕੰਮ ਹੀ ਪੂਰੇ ਹੋ ਜਾਂਦੇ ਜੀ। ਸੌਖੀ ਭਾਸ਼ਾ ਵਿੱਚ ਇਉਂ ਕਹਿ ਲਈਏ, ਜਿਹੜਾ ਪੁਰਸ਼ ਵਾਹਿਗੁਰੂ ਜੀ ਦਾ ਨਾਮ ਜਪਦਾ ਉਹਦਾ ਕੋਈ ਕੰਮ ਅਧੂਰਾ ਨਹੀਂ ਰਹਿੰਦਾ, ਸਾਰੇ ਕੰਮ ਹੀ ਪੂਰੇ ਹੋ ਜਾਂਦੇ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਸੰਤ ਸੰਗ ਤਹ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ, ਸਿਮਰਹਿ ਸਾਧ ਕਰਹਿ ਆਨੰਦ, ਮਨ ਤਨ ਰਵਿਆ ਪਰਮਾਨੰਦ, ਜਿਸਹਿ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸਹਿ ਕੁਰਬਾਨ। ਇਹ ਸ਼ਬਦ ਮਹਾਰਾਜ ਜੀ ਨੇ ਉੱਥੇ ਉਚਾਰਿਆ। ਕੱਲ ਦੀ ਕਥਾ ਵਿੱਚ ਆਪ ਜੀ ਨੇ ਇਹਦੇ ਅਰਥ ਸਰਵਣ ਕੀਤੇ ਜੀ। ਸੰਗਤ ਜੀ, ਗੁਰੂ ਮਿਹਰ ਕਰੇ, ਗੁਰੂ ਅਰਜਨ ਦੇਵ ਮਹਾਰਾਜ ਉਸ ਸਰੋਵਰ ਦੇ ਕੰਢੇ ਤੇ ਬੈਠ ਕੇ ਉਸ ਸਰੋਵਰ ਦਾ ਵੀ ਮਹਾਤਮ ਦੱਸ ਰਹੇ ਆ, ਵਾਹਿਗੁਰੂ ਜੀ ਦੇ ਨਾਮ ਦੇ ਜਲ ਦਾ ਵੀ ਮਹਾਤਮ ਦੱਸ ਰਹੇ ਨੇ ਜੀ। ਸਰੋਵਰ ਵੀ ਤਾਂਹੀਓ ਸਰੋਵਰ ਬਣਿਆ ਨਾ ਜੀ, ਉਹਦੇ ਕੰਢੇ ਬੈਠ ਕੇ ਬਾਣੀ ਪੜ੍ਹੀ ਗਈ, ਉਹ ਪਵਿੱਤਰ ਤਾਂ ਹੀ ਹੋਇਆ ਨਾ ਜੀ। ਮਹਾਰਾਜ ਕਿਰਪਾ ਕਰਨ, ਜਿੰਨਾ ਹੋ ਸਕੇ ਆਪਣਾ ਨਾਮ ਜਪਾਉਣ। ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਹੁਣ ਅੱਗੋਂ ਕਥਾ ਵਿੱਚ ਸੁਰਤੀਆਂ ਜੋੜੀਏ। ਬੜੇ ਹੀ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ ਸਤਿਗੁਰ ਆਗਿਆ ਸਭ ਕੋ ਦਈ। ਸਤਿਗੁਰ ਆਗਿਆ ਸਭ ਕੋ ਦਈ। ਕਿਉਂ? ਜਦੋਂ ਸਰੋਵਰ ਦਾ ਨਿਰਮਾਣ ਹੋ ਗਿਆ, ਸ਼ਬਦ ਉਚਾਰ ਦਿੱਤਾ, ਸਮਾਂ ਕਾਫੀ ਹੋ ਗਿਆ, ਮਹਾਰਾਜ ਨੇ ਸੰਗਤਾਂ ਨੂੰ ਛੁੱਟੀਆਂ ਦਿੱਤੀਆਂ ਜੀ। ਹਾਂਜੀ। ਦਿਨ ਮਨ ਅਥਿਓ ਨਿਸਾ ਅਬ ਭਈ। ਦਿਨ ਮਨ ਦਾ ਅਰਥ ਹੁੰਦਾ ਸੂਰਜ ਜੀ। ਸੂਰਜ ਅਥਿਓ ਛੁਪ ਗਿਆ ਜੀ। ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਡੁੱਬ ਗਿਆ ਜੀ, ਰਾਤ ਪੈਣੀ ਸ਼ੁਰੂ ਹੋ ਗਈ ਜੀ। ਹਾਂਜੀ। ਸ੍ਰੀ ਹਰਗੋਬਿੰਦ ਕੇ ਸੰਗ ਜਾਵਹੋ। ਹਜੂਰ ਮਹਾਰਾਜ ਸੰਗਤ ਨੂੰ ਕਹਿਣ ਲੱਗੇ, ਭਾਈ ਤੁਸੀਂ ਹਰਗੋਬਿੰਦ ਜੀ ਦੇ ਨਾਲ ਜਾਵੋ ਸਾਰੇ। ਹਾਂਜੀ। ਗਮਨਹੁ ਨਗਰ ਬਿਖੈ ਸੁਖ ਪਾਵਹੋ। ਗਮਨਹੁ ਨਗਰ ਬਿਖੈ ਸੁਖ ਪਾਵਹੋ। ਜਾਓ, ਨਗਰ ਦੇ ਵਿੱਚ ਜਾਓ, ਰਾਤ ਆਰਾਮ ਨਾਲ ਬਤੀਤ ਕਰੋ। ਕੁਝ ਸਿੱਖ ਸਾਡੇ ਕੋਲ ਰਹਿਣਗੇ, ਮਹਾਰਾਜ ਕਹਿਣ ਲੱਗੇ। ਬਾਬਾ ਬੁੱਢਾ ਜੀ ਸਾਡੇ ਪਾਸ ਰਹਿਣਗੇ, ਭਾਈ ਗੁਰਦਾਸ ਜੀ ਸਾਡੇ ਕੋਲ ਰਹਿਣਗੇ। ਹਾਂਜੀ। ਵਿਦਾ ਕਰੇ ਸਮ ਸੋ ਇਮ ਕਹਿਓ। ਵਿਦਾ ਕਰੇ ਸਭ ਸੋ ਇਮ ਕਹਿਓ। ਮਹਾਰਾਜ ਨੇ ਸਭ ਨੂੰ ਵਿਦਾ ਕੀਤਾ ਜੀ, ਤੇ ਤੋਰਨ ਲੱਗਿਆਂ ਇਹ ਬਚਨ ਕੀਤਾ, ਟਿਕ ਗੁਰਦਾਸ ਰੋ ਬੁੱਢਾ ਰਹਿਓ। ਭਾਈ ਤੁਸੀਂ ਸਾਰੇ ਜਾਓ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਾਡੇ ਪਾਸ ਰਹਿਣਗੇ। ਹਾਂਜੀ। ਸ੍ਰੀ ਹਰਗੋਬਿੰਦ ਕੇ ਚੰਦ ਨਿਕੇਤ। ਸ੍ਰੀ ਹਰਗੋਬਿੰਦ ਚੰਦ ਨਿਕੇਤ। ਹਾਂਜੀ। ਸਦਨ ਪ੍ਰਵੇਸ਼ੇ ਸਭਿਨ ਸਮੇਤ। ਸੰਗਤਾਂ ਸਤ ਬਚਨ ਕੀਤਾ। ਹਰਗੋਬਿੰਦ ਜੀ
ਨੂੰ ਨਾਲ ਲੈ ਕੇ ਸਭ ਗੁਰੂ ਕੇ ਮਹਿਲ ਗਏ ਜੀ। ਹਾਂਜੀ, ਕਰ ਬੰਧਨ ਸਭ ਆਪਣੇ ਧਾਮ। ਗੁਰੂ ਕੇ ਮਹਿਲੋਂ ਹਰਗੋਬਿੰਦ ਜੀ ਨੂੰ ਨਮਸਕਾਰ ਕਰਕੇ ਸੰਗਤਾਂ ਪ੍ਰੇਮੀ ਅੰਮ੍ਰਿਤਸਰ ਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਜੀ। ਹਾਂਜੀ, ਗਏ ਸਿੱਖ ਕੀਨਸ ਬਿਸਰਾਮ। ਸਭ ਨੇ ਰਾਤ ਨੂੰ ਆਰਾਮ ਕੀਤਾ ਜੀ। ਇੱਧਰ ਹੁਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਣੋ। ਮਹਾਰਾਜ ਕੁਝ ਸਿੱਖਾਂ ਦੇ ਸਮੇਤ ਉੱਥੇ ਹੀ ਰਹਿ ਪਏ ਨੇ ਜੀ, ਇਕਾਂਤ ਵਿੱਚ। ਹਾਂਜੀ, ਸ਼੍ਰੀ ਅਰਜਨ ਡੇਰੇ ਮਹਿ ਰਹੇ। ਮਹਾਰਾਜ ਗਰੀਬ ਨਵਾਜ ਉੱਥੇ ਹੀ ਰਹਿ ਪਏ ਸੱਚੇ ਪਾਤਸ਼ਾਹ। ਹਾਂਜੀ, ਜਿਨ ਦਰਸ਼ਨ ਦੁਖ ਦਾਰਦ ਦਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਿੱਖੋ ਮਹਾਰਾਜ ਉੱਥੇ ਬੈਠੇ ਨੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਦਲਿੱਦਰ ਕਲੇਸ਼ ਦੂਰ ਹੁੰਦੇ ਨੇ ਜੀ। ਮਨ ਨੂੰ ਸ਼ਾਂਤੀ ਮਿਲਦੀ ਹੈ, ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਐਸੇ ਸੱਚੇ ਪਾਤਸ਼ਾਹ ਗਰੀਬ ਨਵਾਜ ਉੱਥੇ ਬੈਠੇ ਹੋਏ ਰਾਮਸਰ ਸਾਹਿਬ। ਹਾਂਜੀ, ਸੇਵਕ ਕਿਤਿਕ ਰਹੇ ਹਿਤ ਸੇਵਾ। ਲਾਗੇ ਦੀਵੇ ਜਗਾ ਲਏ ਜੀ, ਕਿਉਂ ਉਦੋਂ ਕਿਹੜੀਆਂ ਬੱਤੀਆਂ ਟਿਊਬਾਂ ਸਨ ਜੀ। ਦੀਵੇ ਜਗਾ ਲਏ। ਕੁਝ ਸੇਵਕ ਮਹਾਰਾਜ ਜੀ ਦੇ ਕੋਲ ਹੀ ਰਹੇ ਸੱਚੇ ਪਾਤਸ਼ਾਹ ਜੀ ਦੇ ਜੀ। ਹਾਂਜੀ, ਆਹ ਸਮੀਪੀ ਜੇ ਗੁਰਦੇਵਾ। ਜਿਹੜੇ ਸਮੀਪੀ ਸਨ ਜੀ, ਬੜੇ ਖਾਸ ਨੇ, ਨਿਕਟਵਰਤੀ ਨੇ, ਸੇਵਾ ਨੂੰ ਬੜਾ ਜ਼ਿੰਮੇਵਾਰੀ ਦੇ ਨਾਲ ਕਰਦੇ ਆ, ਉਹ ਸਿੱਖ ਮਹਾਰਾਜ ਜੀ ਦੇ ਪਾਸ ਰਹੇ ਜੀ ਉੱਥੇ ਜੀ। ਹਾਂਜੀ, ਸੁਪਕਾਰ ਕਰ ਤਿਆਰ ਆਹਾਰੇ। ਸੂਪਕਾਰ ਕਹਿਣਾ ਕਾਕਾ, ਫਿਰ ਪੜ੍ਹ। ਸੂਪਕਾਰ ਕਰ ਤਿਆਰ ਆਹਾਰੇ। ਸੂਪਕਾਰ ਹੁੰਦਾ ਲਾਂਗਰੀ ਜੀ। ਲਾਂਗਰੀਆਂ ਨੇ ਭੋਜਨ ਤਿਆਰ ਕੀਤਾ ਜੀ, ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਜੀ ਉੱਥੇ ਹੀ ਜੀ। ਹਾਂਜੀ, ਕੀਨ ਸੁਨਾਵਨ ਖਰੋ ਅਗਾਰੇ। ਮਹਾਰਾਜ ਇਕਾਂਤ 'ਚ ਬੈਠੇ ਐ। ਲਾਂਗਰੀ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਲੰਗਰ ਤਿਆਰ ਹੈ ਸੱਚੇ ਪਾਤਸ਼ਾਹ। ਹਾਂਜੀ, ਆਏ ਸਲੇਕਰ ਥਾਰ ਮਝਾਰਾ। ਮਹਾਰਾਜ ਹੁਕਮ ਕਰੋ ਤੇ ਲੈ ਕੇ ਆਈਏ। ਮਹਾਰਾਜ ਕਹਿੰਦੇ ਭਾਈ ਲੈ ਆਓ। ਥਾਲ ਸਜਾਇਆ, ਗੁਰੂ ਸਾਹਿਬ ਜੀ ਨੂੰ ਭੋਜਨ ਛਕਾਉਣ ਵਾਸਤੇ ਥਾਲਾ ਲੈ ਕੇ ਆਏ ਜੀ। ਹਾਂਜੀ, ਕੀਨ ਭਰੋਸਨ ਰੁਚਿਰ ਉਚ ਆਹਾਰਾ। ਬੜੇ ਪ੍ਰੇਮ ਨਾਲ ਸਤੋ ਗੁਣੀ ਭੋਜਨ ਤਿਆਰ ਕੀਤਾ ਜੀ। ਹਾਂਜੀ, ਭੋਜਨ ਕਰਨ ਦਾ ਵੀ ਬੰਦੇ ਨੂੰ ਤਰੀਕਾ ਨਹੀਂ ਹੁੰਦਾ, ਵਲ ਨਹੀਂ ਹੁੰਦਾ ਜੀ। ਸਤੋ ਗੁਣੀ ਭੋਜਨ ਮਹਾਰਾਜ ਕਰਦੇ ਜੀ। ਤਮੋ ਗੁਣੀ ਭੋਜਨ ਕਰੋ ਤੁਹਾਨੂੰ ਗੁੱਸਾ ਚੜੀ ਜਾਏਗਾ ਜੀ। ਹਾਂਜੀ, ਸਤੋ ਗੁਣੀ ਭੋਜਨ ਜਦੋਂ ਬੰਦਾ ਕਰਦਾ ਨਾ ਜੀ, ਉਹਨੂੰ ਸ਼ਾਂਤੀ ਬਣਦੀ ਹੈ, ਪਰਮੇਸ਼ਰ ਦੇ ਨਾਮ 'ਚ ਧਿਆਨ ਜੁੜਦਾ ਹੈ ਜੀ। ਸਤੋ ਗੁਣੀ ਭੋਜਨ ਤਿਆਰ ਸੀਗਾ, ਮਹਾਰਾਜ ਵਾਸਤੇ ਲੈ ਕੇ ਆਏ ਸਿੱਖ ਜੀ। ਹਾਂਜੀ, ਸ਼੍ਰੀ ਗੁਰ ਕੋ ਤਬ ਜਾਏ ਅਚਾਇਓ। ਹਾਂਜੀ, ਪਾਛੇ ਸਭ ਸਿੱਖਿਆਨ ਮੁਖ ਪਾਇਓ। ਪਹਿਲਾਂ ਮਹਾਰਾਜ ਨੇ ਛਕਿਆ, ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਛਕਿਆ ਜੀ। ਭਾਈ ਗੁਰਦਾਸ ਜੀ ਨੇ ਛਕਿਆ ਜੀ। ਹੋਰ ਸਿੱਖ ਜਿਹੜੇ ਪਾਸ ਬੈਠੇ ਸਨ ਉਹਨਾਂ ਛਕ ਲਿਆ। ਸ਼ਾਂਤੀ ਇੰਨੀ ਹੈ, ਮਹਾਰਾਜ ਨੇ ਕਿਸੇ ਨੂੰ ਬੋਲਣ ਦਾ ਹੁਕਮ ਨਹੀਂ ਸੀ ਕੀਤਾ ਜੀ। ਭਾਈ ਕੋਈ ਬਚਨ ਨਹੀਂ ਕਰੇਗਾ। ਆਮ ਪ੍ਰੇਮੀ ਸੰਗਤ ਕਰਦੇ ਵੀ ਬੋਲੀ ਜਾਂਦੇ ਸੰਗਤ ਜੀ। ਮਹਾਰਾਜ ਨੇ ਕਿਹਾ ਨਹੀਂ ਭਾਈ, ਸਭ ਪਰਮੇਸ਼ਰ ਦਾ ਨਾਮ ਜਪੋ, ਚੁੱਪ ਰਹਿ ਕੇ ਨਾਮ ਜਪੋ, ਕਿਸੇ ਨੇ ਗੱਲ ਨਹੀਂ ਕਰਨੀ। ਇਕਾਂਤ ਸੀ ਨਾ ਜਗ੍ਹਾ ਬਹੁਤ ਜੀ, ਸੋ ਸਾਰੇ ਬੜੀ ਸ਼ਾਂਤੀ ਨਾਲ ਭੋਜਨ ਕੀਤਾ ਜੀ। ਹਾਂਜੀ, ਬੀਤੀ ਜਾਮਨ ਘਟਕਾ ਚਾਰੀ। 4 ਘੜੀਆਂ ਬਤੀਤ ਹੋਈਆਂ ਜੀ, ਇੱਕ ਪੈਰ ਲੰਘ ਗਿਆ ਜੀ। ਹਾਂਜੀ, ਨਿਕਟ ਹੋਏ ਗੁਰਦਾਸ ਉਚਾਰੀ। ਤੇ ਭਾਈ ਗੁਰਦਾਸ ਜੀ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਗਿਆ ਲੈ ਕੇ ਬੋਲਣ ਲੱਗੇ ਜੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਗੱਲ ਕਰਾਂ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਦੱਸੋ। ਤੇ ਭਾਈ ਗੁਰਦਾਸ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ। ਉਮਰ 'ਚ ਵੱਡੇ ਨੇ, ਦਾੜਾ ਇਹਨਾਂ ਦਾ ਵੀ ਚਿੱਟਾ ਹੈ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੇ ਕਾਲਾ ਦਾੜਾ ਹੈ ਜੀ। ਹਾਂਜੀ, ਸੁਨਹੁ ਕਿਰਪਾਲ ਸਗਨ ਬਨ ਮਹਾ। ਹੇ ਕਿਰਪਾਲੂ ਸੱਚੇ ਪਾਤਸ਼ਾਹ, ਤੇ ਬਹੁਤੀ ਸੰਘਣੀ ਜਗ੍ਹਾ ਹੈਗੀ ਮਹਾਰਾਜ, ਬਹੁਤ ਸੰਘਣੇ ਰੁੱਖ ਨੇ। ਹਾਂਜੀ, ਸੰਸਕਾਰ ਭੀ ਨਹਿ ਪ੍ਰਵਿਸ਼ੇ ਇਹਾਂ। ਸੰਸਕਾਰ ਦਾ ਹੁਣ ਕੀ ਇਹਨੂੰ ਦੱਸੀਏ ਜੀ, ਗੱਜ ਕੇ ਆਖੋ ਵਾਹਿਗੁਰੂ। ਸੰਸਕਾਰ ਤੇ ਸੰਸਕਰ 'ਚ ਬੜਾ ਫਰਕ ਹੈ ਜੀ। ਹਾਂਜੀ, ਸੰਸਕਰ ਨਾਮ ਚੰਦਰਮਾ ਦਾ ਜੀ। ਹਾਂਜੀ, ਚੰਦਰਮਾ ਦੀਆਂ ਕਿਰਨਾਂ ਸੰਸਕਰ। ਮਹਾਰਾਜ ਇੱਥੇ ਤੇ ਉਹ ਵੀ ਨਹੀਂ ਆ ਰਹੀਆਂ। ਇੰਨੀ ਸੰਘਣੀ ਜਗ੍ਹਾ ਹੈ, ਇੰਨੀ ਇਕਾਂਤ ਵਾਲੀ ਜਗ੍ਹਾ ਹੈ। ਹਾਂਜੀ, ਰਾਮਚੰਦ ਜਿਮ ਕਾਨਨ ਸੇਵਾ। ਹਾਂਜੀ,
ਭਈ ਜਾਮਨੀ ਤੁਮ ਗਤ ਏਵਾ। ਮਹਾਰਾਜ ਜਿਵੇਂ ਰਾਮਚੰਦਰ ਜੀ ਸੰਘਣੇ ਜੰਗਲਾਂ 'ਚ ਰਹੇ ਸੀਗੇ, ਇਹ ਤੇ ਮਹਾਰਾਜ ਉਹ ਕਰਮ ਹੋ ਗਿਆ। ਜਦੋਂ ਗਏ ਸੀਗੇ ਸਾਧ ਸੰਗਤ ਜੀ ਬਨਵਾਸ ਤੇ ਕਿੰਨੇ ਕਿੰਨੇ ਸੰਘਣੇ ਜੰਗਲਾਂ ਵਿੱਚ ਉਹਨਾਂ ਨੇ ਸਮਾਂ ਕੱਟਿਆ। ਮਹਾਰਾਜ ਇਹ ਵੀ ਸੰਘਣਾ ਜੰਗਲ ਹੈ, ਇਸੇ ਤਰ੍ਹਾਂ ਆਪ ਜੀ ਆ ਕੇ ਬੈਠੇ ਹੋ ਇੱਥੇ। ਹਾਂਜੀ। ਬਾਂਸ਼ਤ ਜਥਾ ਇਕਾਂਕੀ ਹੋਵਨ ਤਥਾ ਸਥਲ ਇਹ ਕੀਨ ਸਜੋਵਨ। ਸੱਚੇ ਪਾਤਸ਼ਾਹ ਜੈਸੀ ਇਕਾਗਰਤਾ ਦਾ ਅਸਥਾਨ ਅਸੀਂ ਮੰਗਦੇ ਸਾਂ ਨਾ, ਬਿਲਕੁਲ ਹੂਬਹੂ ਉਹੋ ਜੀ ਜਗ੍ਹਾ ਮਿਲੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਕਾਂਤ ਦਾ ਬਹੁਤ ਮਹਾਤਮ ਹੈ ਸਾਧ ਸੰਗਤ ਜੀ, ਬਹੁਤ ਹੀ ਮਹਾਤਮ ਹੈ ਇਕਾਂਤ ਦਾ। ਇਸ ਰਸਤੇ ਤੇ ਤੁਰਨਾ ਵੇਖੋ ਨਾ ਜੀ, ਅਜੇ ਅਵਸਥਾ ਬਣੀ ਕੋਈ ਨਹੀਂ ਜੀ, ਤੇ ਲਾਗੇ ਬੱਚੇ ਰੌਲਾ ਪਾਉਂਦੇ ਆ ਤੇ ਡੀਜੇ ਚੱਲਣ ਦੇ ਆ, ਤੇ ਬੰਦਾ ਕਹੇ ਮੈਂ ਨਾਮ ਜਪਣਾ ਸਮਾਧੀ ਲਾਉਣੀ, ਲੱਗ ਥੋੜੀ ਸਕਦੀ ਹੈ ਜੀ। ਹਾਂਜੀ, ਇਹਦੇ ਵਾਸਤੇ ਇਕਾਂਤ ਚਾਹੀਦੀ ਹੈ ਜੀ। ਮਹਾਰਾਜ ਇਹ ਤੇ ਬਹੁਤ ਹੀ ਸੁੰਦਰ ਜਗ੍ਹਾ ਹੈਗੀ ਹੈ। ਹਾਂਜੀ। ਕਮਲਾਸਨ ਤੁਮਰੋ ਹਿਤ ਜਾਨ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਾਂ ਇਉਂ ਮਹਿਸੂਸ ਹੋ ਰਿਹਾ ਜਿਵੇਂ ਪਰਮੇਸ਼ਰ ਨੇ ਉਚੇਚੀ ਤੁਹਾਡੇ ਵਾਸਤੇ ਜਗ੍ਹਾ ਬਣਾਈ ਹੋਵੇ ਜੀ। ਸਾਰੇ ਪ੍ਰਬੰਧ ਪਹਿਲਾਂ ਹੀ ਨੇ ਜੀ। ਪਰਮੇਸ਼ਰ ਜੀ ਨੂੰ ਵੀ ਸਾਰੀ ਗੱਲ ਦਾ ਪਤਾ ਨਾ ਜੀ। ਭਾਈ ਗੁਰਦਾਸ ਜੀ ਝੂਠ ਨਹੀਂ ਬੋਲਦੇ, ਸੱਚ ਬੋਲ ਰਹੇ ਨੇ ਜੀ। ਵਾਹਿਗੁਰੂ ਨੇ ਇਹ ਜਗ੍ਹਾ ਸਿਰਜੀ ਹੈ ਜੀ। ਹਾਂਜੀ। ਪ੍ਰਥਮ ਰਚਿਓ ਇਹ ਰੁਚਿਰ ਸਥਾਨ। ਇਉਂ ਲੱਗਦਾ ਜਿਵੇਂ ਵਾਹਿਗੁਰੂ ਨੇ ਪਹਿਲਾਂ ਹੀ ਏਡੀ ਵਧੀਆ ਜਗ੍ਹਾ ਬਣਾ ਕੇ ਰੱਖੀ ਹੋਵੇ ਕਿ ਤੁਸਾਂ ਇੱਥੇ ਪੋਥੀਆਂ ਨੂੰ ਇਕੱਠਿਆਂ ਕਰਾ ਕੇ ਗ੍ਰੰਥ ਸਾਹਿਬ ਲਿਖਾਉਣੇ ਨੇ। ਹਾਂਜੀ। ਕਹਿਤ ਗੁਰੂ ਸੁਨ ਹੈ ਗੁਰਦਾਸ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹੋਰ ਪ੍ਰੇਮ ਨਾਲ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਸਾਡੀ ਗੱਲ ਸੁਣੋ। ਮਹਾਰਾਜ ਕਹਿਣ ਲੱਗੇ, ਹਾਂਜੀ। ਮਹਿਮਾ ਇਸ ਥਲ ਮਹਾਪ੍ਰਕਾਸ਼। ਮਹਿਮਾ ਇਸ ਥਲ ਮਹਾਪ੍ਰਕਾਸ਼। ਸਮਾਂ ਆਏਗਾ ਇਸ ਅਸਥਾਨ ਦੀ ਮਹਿਮਾ ਬਹੁਤ ਵਧੇਗੀ। ਕਹਿਣ ਲੱਗੇ ਬਹੁਤ ਜਸ ਵਧੇਗਾ ਇਸ ਜਗ੍ਹਾ ਦਾ। ਰਚਨਾ ਅਨਿਕ ਭਾਂਤ ਕੀ ਹੋਵੇ। ਮਹਾਰਾਜ ਕਹਿਣ ਲੱਗੇ ਇੱਥੇ ਬਹੁਤ ਰਚਨਾ ਸੁੰਦਰ ਸੁੰਦਰ ਹੋਣੀ। ਮਹਾਰਾਜ ਕਹਿਣ ਲੱਗੇ ਵੇਖ ਲੋ ਕਿੰਨਾ ਸੋਹਣਾ ਗੁਰਦੁਆਰਾ ਬਣਿਆ ਜੀ, ਕਿੰਨੀਆਂ ਮੰਜ਼ਲਾਂ ਜੀ, ਦੂਰੋਂ ਹੀ ਦਰਸ਼ਨ ਹੋ ਜਾਂਦੇ ਜੀ। ਸੋਨੇ ਦਾ ਕਲਸ਼ ਹੈ ਜੀ ਉੱਤੇ ਜੀ। ਹਾਂਜੀ, ਸਰੋਵਰ ਬਣਿਆ, ਬੜਾ ਵਧੀਆ ਸਥਾਨ ਬਣਿਆ ਜੀ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਅੱਜ ਤੇ ਅਸੀਂ ਤੰਬੂ ਕਨਾਤਾਂ ਲਾ ਕੇ ਬੈਠੇ ਆ ਨਾ, ਆਉਣ ਵਾਲੇ ਸਮੇਂ 'ਚ ਇੱਥੇ ਬਹੁਤ ਸੋਹਣਾ ਸਥਾਨ ਬਣ ਜਾਣਾ। ਕਹਿਣ ਲੱਗੇ ਹਾਂਜੀ। ਪ੍ਰਗਟੈ ਗੁਰ ਪ੍ਰਤਾਪ ਰਿਪ ਖੋਵੈ। ਮਹਾਰਾਜ ਕਹਿਣ ਲੱਗੇ ਗੁਰੂ ਦਾ ਪ੍ਰਤਾਪ ਵਧਣਾ ਤੇ ਨਿੰਦਕ ਦੁਸ਼ਟ ਜਿਹੜੇ ਆ ਵੇਖ ਵੇਖ ਕੇ ਦੁਖੀ ਹੋਣਗੇ। ਤੇ ਸੰਗਤ ਜੀ ਮਹਾਨ ਸਥਾਨ ਰਾਮਸਰ ਸਾਹਿਬ ਬਣਿਆ। ਬਾਬਾ ਖੜਕ ਸਿੰਘ ਜੀ ਨੇ ਉਹਦੀ ਸੇਵਾ ਕਰਵਾਈ ਜੀ। ਕਿੰਨਾ ਵੱਡਾ ਸਥਾਨ ਹੈ ਜੀ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਉਸ ਸਥਾਨ ਤੋਂ ਹੁੰਦੀ ਹੈ ਜੀ। ਹਾਂਜੀ। ਇਸ ਪ੍ਰਕਾਰ ਕਹਿ ਬਚ ਅਕਲੰਕ। ਇਸ ਪ੍ਰਕਾਰ ਕਹਿ ਬਚ ਅਕਲੰਕ। ਅਕਲੰਕ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕੋਈ ਕਲੰਕ ਨਹੀਂ ਹੈਗਾ, ਮਹਾਰਾਜ ਨੇ ਐਸੇ ਬਚਨ ਕੀਤੇ ਜੀ। ਹਾਂਜੀ। ਭਏ ਅਰੂਡਨ ਰੁਚਿਰ ਪਰਯੰਕ। ਤੇ ਮਹਾਰਾਜ ਗਰੀਬ ਨਵਾਜ ਫਿਰ ਪਲੰਗੇ ਤੇ ਆਰਾਮ ਕਰਨ ਲੱਗ ਪਏ। ਰਾਤ ਨੂੰ ਆਰਾਮ ਕਰਨ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤਾ, ਭਾਈ ਗੁਰਦਾਸ ਇਸ ਜਗ੍ਹਾ ਦਾ ਬਹੁਤ ਵੱਡਾ ਪ੍ਰਤਾਪ ਹੋਏਗਾ। ਕਹਿਣ ਲੱਗੇ ਸਮੇਂ ਨਾਲ। ਹਾਂਜੀ। ਆਸ ਤਰਨ ਬਰ ਬਿਸਦ ਬਿਸਾਲੇ। ਸੋ ਮਹਾਰਾਜ ਵਾਸਤੇ ਰਾਤ ਦਾ ਆਸਣ ਦਾ ਪ੍ਰਬੰਧ ਕੀਤਾ ਗਿਆ ਸੀਗਾ, ਸੋਹਣੀ ਵਿਛਾਈ ਕੀਤੀ ਸੀਗੀ ਜੀ। ਹਾਂਜੀ। ਸੇਜ ਬੰਦ ਸੁੰਦਰ ਬੁੱਤ ਵਾਲੇ। ਬਹੁਤ ਸੋਹਣਾ ਬਿਸਤਰਾ ਪ੍ਰੇਮੀ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਤਿਆਰ ਰੱਖਿਆ ਸੀਗਾ। ਹਾਂਜੀ। ਚਮਕਤ ਜਥਾ ਚਾਂਦਨੀ ਅੰਬਰ ਤਥਾ ਲੀਨ ਉਪਰ ਸ਼ੁਭ ਅੰਬਰ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਚਾਦਰਾ ਲੈ ਕੇ ਤੇ ਆਰਾਮ ਕਰਨ ਲੱਗ ਪਏ। ਉੱਤੇ ਚੰਦ ਚਮਕ ਰਿਹਾ, ਥੱਲੇ ਮਹਾਰਾਜ ਆਰਾਮ ਕਰ ਰਹੇ ਨੇ ਜੀ। ਦਰਸ਼ਨ ਕਰਨ ਵਾਲੇ ਸਿੱਖ ਭਾਗਾਂ ਵਾਲੇ ਨੇ ਜੀ। ਹਾਂਜੀ। ਕਿੰਨੇ ਭਾਗਾਂ ਵਾਲੇ ਹੋਣਗੇ ਜੀ। ਮਹਾਰਾਜ ਆਰਾਮ ਕਰਨ ਦੇ, ਆਰਾਮ ਕਰਦੇ ਵੀ ਬੜੇ ਸੋਹਣੇ ਲੱਗਦੇ ਮਹਾਰਾਜ ਜੀ। ਹਾਂਜੀ।
ਮਹਾਰਾਜ ਆਰਾਮ ਕਰਨ ਦੇ। ਮੈਂ ਗੁਰਮੁਖਾਂ ਨੂੰ ਵੇਖਿਆ ਸੁੱਤਿਆਂ ਜੀ, ਸੁੱਤਿਆਂ ਪਿਆਂ ਵੀ ਉਹਨਾਂ ਦੇ ਹੱਥ ਜੁੜੇ ਹੋਏ ਸਨ ਜੀ। ਜਦੋਂ ਆਪਾਂ ਸੌਂਦੇ ਹਾਂ, ਹੇ ਵਾਹਿਗੁਰੂ ਬਖਸ਼ ਲਈ ਜੀ, ਦਰਸ਼ਨ ਨਹੀਂ ਹੁੰਦੇ ਜੀ ਜਦੋਂ ਬੰਦਾ ਸੌਂਦਾ ਨਾ ਜੀ, ਹੋਰ ਹੀ ਤਰ੍ਹਾਂ ਦਾ ਲੱਗਦਾ ਜੀ, ਹੋਰ ਹੀ ਤਰ੍ਹਾਂ ਦਾ ਜੀ। ਹਾਂਜੀ, ਬਾਂਹ ਕਿਸੇ ਬੰਨੇ ਜਾ ਰਹੀ ਹੁੰਦੀ, ਲੱਤ ਕਿਸੇ ਬੰਨੇ ਜਾ ਰਹੀ ਹੁੰਦੀ। ਕਿਉਂ? ਸੌਣ ਦੀ ਜਾਚ ਨਹੀਂ ਹੈਗੀ ਜੀ। ਸੌਣਾ ਕਿਵੇਂ ਹੈ ਜੀ? ਮੈਂ ਗੁਰਮੁਖਾਂ ਨੂੰ ਸੌਂਦਿਆਂ ਦੇ ਦਰਸ਼ਨ ਕੀਤੇ, ਮੈਂ ਤਾਂ ਕਹਿ ਰਿਹਾ। ਸੁੱਤਿਆਂ ਪਿਆਂ ਵੀ ਉਹਨਾਂ ਦੇ ਹੱਥ ਜੁੜੇ ਹੈਗੇ ਜੀ, ਸੁੱਤਿਆਂ ਪਿਆਂ ਵੀ ਜੀ। ਸੌਤੇ ਇੰਨੇ ਧਿਆਨ ਨਾਲ ਜੀ। ਹਾਂਜੀ, ਜੇ ਉਹਨਾਂ ਪਾਸਾ ਲਿਆ ਤੇ ਇਸ ਪਾਸੇ ਕਰਕੇ ਦੋਵੇਂ ਹੱਥ ਸੁੱਤੇ ਹੋਏ ਸੀ ਜੀ। ਮਹਾਰਾਜ ਗਰੀਬ ਨਵਾਜ ਆਰਾਮ ਕਰਨ ਲੱਗ ਪਏ। ਆਰਾਮ ਕਰਦਿਆਂ ਵੀ ਬੜੇ ਸੋਹਣੇ ਲੱਗ ਰਹੇ ਸੱਚੇ ਪਾਤਸ਼ਾਹ। ਹਾਂਜੀ, ਪੌੜ ਜਥਾ ਸੁਖ ਸੁਪਤ ਕਿਰਪਾਲ, ਹਾਂਜੀ। ਜਾਮ ਜਾਮਨੀ ਰਹਿ ਤਿਸ ਕਾਲ, ਜਾਮ ਜਾਮਨੀ ਰਹਿ ਤਿਸ ਕਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕੁਝ ਪੈਰ ਆਰਾਮ ਕੀਤਾ ਗੁਰੂ ਸਾਹਿਬ ਨੇ ਜੀ ਉੱਥੇ ਜੀ। ਤੇ ਫਿਰ ਜਦੋਂ ਰਾਤ ਨੂੰ ਇੱਕ ਪੈਰ ਰਹਿ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜਾਗੇ ਜੀ। ਹਾਂਜੀ, ਮੋਚ ਇਸ਼ਨਾਨ ਸ਼ੌਚ ਇਸ਼ਨਾਨ ਕੀਨ ਪੁਨ ਧਿਆਨ। ਤੇ ਫਿਰ ਮਹਾਰਾਜ ਨੇ ਕੀ ਕੀਤਾ ਜੀ? ਸੌਚ ਇਸ਼ਨਾਨ ਕੀਨ ਪੁਨ ਧਿਆਨਾ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਰਾਮਸਰ ਸਾਹਿਬ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਮਹਾਰਾਜ ਨੇ ਧਿਆਨ ਜੋੜ ਲਿਆ ਜੀ, ਨੇਤਰ ਬੰਦ ਕਰ ਲਏ। ਸ਼੍ਰੀ ਨਾਨਕ ਕੋ ਸੁਮਰਨ ਠਾਨਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਦ ਚ ਜੁੜ ਗਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜ ਗਏ, ਧਿਆਨ ਜੋੜ ਲਿਆ ਮਹਾਰਾਜ ਨੇ। ਹਾਂਜੀ, ਅਰਨੋਦੈ ਹੋਇਓ ਲਖ ਤਾਸ। ਤੇ ਸਮੇਂ ਨਾਲ ਉਹਨਾਂ ਚਿਰ ਤੱਕ ਮਹਾਰਾਜ ਨੇ ਨੇਤਰ ਨਹੀਂ ਖੋਲੇ ਜਿੰਨਾ ਚਿਰ ਤੱਕ ਸੂਰਜ ਨਹੀਂ ਚੜ ਗਿਆ ਜੀ। ਸੂਰਜ ਚੜਿਆ ਨੇਤਰ ਖੋਲੇ ਮਹਾਰਾਜ ਨੇ। ਹਾਂਜੀ, ਟਿਗ ਹਕਾਰ ਬੁੱਢਾ ਗੁਰਦਾਸ। ਤੇ ਮਹਾਰਾਜ ਨੇ ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਸੱਦਿਆ ਜੀ। ਹਾਂਜੀ, ਕਹਿਓ ਮਨੋਰਥ ਆਪਨ ਜੀ ਕਾ। ਹੁਣ ਮਹਾਰਾਜ ਆਪਣੇ ਮਨ ਦਾ ਮਨੋਰਥ ਦੱਸ ਰਹੇ ਜੀ ਬਾਬਾ ਜੀ ਨੂੰ ਜੀ। ਹਾਂਜੀ, ਜਿਮ ਤੇ ਹੋਏ ਸਭਨ ਕੋ ਨੀਕਾ। ਹਾਂ, ਉਹ ਮਨੋਰਥ ਦੱਸ ਰਹੇ ਜਿਸ ਮਨੋਰਥ ਨਾਲ ਸਾਡੇ ਸਾਰਿਆਂ ਦਾ ਭਲਾ ਹੋਣਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮਨੋਰਥ ਦੱਸ ਰਹੇ ਸੱਚੇ ਪਾਤਸ਼ਾਹ। ਹਾਂਜੀ, ਹੁਣ ਇਕਾਂਕੀ ਹਮ ਅਬ ਚਾਹਤ। ਹਜੂਰ ਮਹਾਰਾਜ ਕਹਿਣ ਲੱਗੇ, ਬਾਬਾ ਜੀ ਹੁਣ ਆਪਾਂ ਸੰਗਤ ਤੋਂ ਕੁਝ ਸਮਾਂ ਵੱਖਰੇ ਹੋਣਾ ਚਾਹੁੰਦੇ ਹਾਂ, ਇਕਾਂਤ ਚ ਜਾਣਾ ਚਾਹੁੰਦੇ ਹਾਂ। ਹਾਂਜੀ, ਹਿਤ ਦਰਸ਼ਨ ਸਭ ਸਿੱਖ ਉਮਾਹਤ। ਪਰ ਸਿੱਖਾਂ ਨੇ ਸਾਡੇ ਦਰਸ਼ਨਾਂ ਲਈ ਚਾਅ ਕਰਨਾ, ਉਹਨਾਂ ਕਹਿਣਾ ਅਸੀਂ ਦਰਸ਼ਨ ਕਰਨੇ ਆ। ਹਾਂਜੀ, ਜਾਂ ਤੇ ਸਾਹਿਬ ਬੁੱਢਾ ਜਾਵੋ। ਇਸ ਕਰਕੇ ਬਾਬਾ ਬੁੱਢਾ ਜੀ ਹੁਣ ਤੁਸੀਂ ਸੁਦਾਸਰ ਜਾਓ, ਹਰਮੰਦਰ ਸਾਹਿਬ ਦੇ ਅੰਦਰ ਜਾਓ ਕਹਿਣ ਲੱਗੇ। ਹਾਂਜੀ, ਸਭ ਸੰਗਤ ਕੋ ਤਹਾਂ ਟਿਕਾਵੋ। ਤੇ ਸੰਗਤਾਂ ਨੂੰ ਬੇਨਤੀ ਕਰੋ ਇਸ ਪਾਸੇ ਕੋਈ ਨਾ ਆਵੇ, ਸਾਰੇ ਉਧਰ ਉਧਰ ਹੀ ਰਹਿਣ ਜੀ। ਸੰਗਤ ਨੂੰ ਬੇਨਤੀ ਕਰਕੇ ਟਿਕਾਓ ਉੱਥੇ। ਹਾਂਜੀ, ਸੁਦਾ ਸਰੋਵਰ ਬਰ ਹਰ ਮੰਦਰ। ਹਾਂਜੀ। ਪਠੋ ਸੁਨੋ ਸੁੰਦਰ ਤਿਸ ਅੰਦਰ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਸੰਗਤਾਂ ਨੂੰ ਬੇਨਤੀ ਕਰੋ ਕਿ ਸੁਦਾ ਸਰੋਵਰ ਦੇ ਵਿੱਚ ਸ੍ਰੇਸ਼ਟ ਹਰਮੰਦਰ ਸਾਹਿਬ ਹੈ ਨਾ ਜਿਹੜਾ, ਉੱਥੇ ਜਾਓ, ਉੱਥੇ ਬਾਣੀ ਪੜ੍ਹੋ, ਉੱਥੇ ਬਾਣੀ ਸੁਣੋ ਕਹਿਣ ਲੱਗੇ। ਤੇ ਅਗਲਾ ਬਚਨ ਬੜੇ ਧਿਆਨ ਨਾਲ ਸੁਣਿਓ ਜੀ। ਹਾਂਜੀ, ਹਮਰੇ ਦਰਸ਼ਨ ਸੰਸਰ ਜਾਨਹੁ। ਗੱਜ ਕੇ ਆਖੋ ਵਾਹਿਗੁਰੂ। ਹਰ ਮੰਦਰ ਦੇ ਜਿਹੜੇ ਦਰਸ਼ਨ ਨੇ ਉਹਨੂੰ ਸਾਡੇ ਦਰਸ਼ਨਾਂ ਦੇ ਬਰਾਬਰ ਹੀ ਸਮਝੋ ਜੀ। ਹੁਣ ਸੰਗਤ ਦੀ ਭਾਵਨਾ ਰੱਖਿਆ ਕਰੋ, ਇਹ ਬਚਨ ਕੱਲਾ ਉਸ ਸਮੇਂ ਵਾਸਤੇ ਥੋੜ੍ਹੀ ਹੈ, ਇਹ ਬਚਨ ਸਦਾ ਵਾਸਤੇ ਹੈ। ਅੱਜ ਵੀ ਤੁਸੀਂ ਸਰੋਵਰ ਦੀ ਪਰਿਕਰਮਾ 'ਚ ਖਲੋ ਕੇ ਹਰਿਮੰਦਰ ਸਾਹਿਬ ਵੱਲ ਨੂੰ ਵੇਖੋ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦਾ ਫਲ ਮਿਲੇਗਾ ਤੁਹਾਨੂੰ ਜੀ। ਗੱਜ ਕੇ ਆਖੋ, ਜਿਹੜਾ ਫਲ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਦਾ ਮਿਲਣਾ ਨਾ ਜੀ, ਉਹ ਫਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਮਿਲ ਜਾਣਾ ਜੀ। ਤੇ ਜਿਹੜੇ ਸਾਡੇ ਕਥੱਕੜ ਕਹਿੰਦੇ ਆ ਨਾ ਵੀ ਉਹ ਤੇ ਬਿਲਡਿੰਗ ਹੈ ਜੀ, ਬਿਲਡਿੰਗ ਦਾ ਕੀ ਵੇਖਣਾ,
ਉਹਨਾਂ ਨੂੰ ਕੌਣ ਦੱਸੇ? ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਸਾਡੇ ਦਰਸ਼ਨਾਂ ਦਾ ਫਲ ਹਰਿਮੰਦਰ ਦੇ ਦਰਸ਼ਨ ਨੇ। ਉਹਨਾਂ ਨੂੰ ਕਹੋ ਸਾਡੇ ਬਰਾਬਰ ਹੀ ਸਮਝਣਾ। ਹਾਂਜੀ, ਨਹਿ ਸੰਸੈ ਇਸ ਮੈਂ ਕੁਛ ਠਾਨਾ ਲਓ ਅੱਗੋਂ ਸੁਣੋ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਬਾਬਾ ਜੀ ਸਿੱਖਾਂ ਨੂੰ ਕਹਿ ਦਿਓ ਇਸ ਗੱਲ ਵਿੱਚ ਕਿਤੇ ਸ਼ੱਕ ਨਾ ਕਰ ਲੈਣ। ਕਿਉਂ? ਮਹਾਰਾਜ ਨੂੰ ਪਤਾ ਹੀ ਨਾ ਵੀ ਇਹੋ ਜਿਹੇ ਪੈਦਾ ਹੋ ਜਾਣੇ ਆ, ਦਰਬਾਰ ਸਾਹਿਬ ਨੂੰ ਬਿਲਡਿੰਗ ਦੱਸਣ ਵਾਲੇ ਪੈਦਾ ਹੋ ਜਾਣੇ ਆ। ਤੇ ਮਹਾਰਾਜ ਨੇ ਪੱਕੀ ਗੱਲ ਕਹਿ ਦਿੱਤੀ। ਮਹਾਰਾਜ ਕਹਿੰਦੇ ਬਾਬਾ ਜੀ ਸੰਗਤ ਨੂੰ ਕਹੋ ਸ਼ੱਕ ਨਾ ਕਰਨ ਇਸ ਬਚਨ ਤੇ। ਹਾਂਜੀ, ਆਪ ਰਹੋ ਤੁਮ ਤੇ ਠਾਂ ਜਾਏ। ਤੇ ਹੋਰ ਕੰਮ ਸੌਖਾ ਮਹਾਰਾਜ ਨੇ ਕਰ ਦਿੱਤਾ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਉੱਥੇ ਹੀ ਰਹੋਗੇ ਹੁਣ ਉਹਨਾਂ ਚਿਰ ਤੱਕ, ਸਾਡੀ ਜਗ੍ਹਾ ਹਰਿਮੰਦਰ ਵਿੱਚ ਤੁਸੀਂ ਰਹੋਗੇ। ਕਹਿਣ ਲੱਗੇ ਕਿੰਨੇ ਵੱਡੇ ਨੇ ਬਾਬਾ ਬੁੱਢਾ ਸਾਹਿਬ ਜੀ। ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਭ ਸੰਗਤ ਰੱਖੋ। ਹਾਂਜੀ, ਸਭ ਸੰਗਤ ਰੱਖੋ ਅਟਕਾਏ। ਤੇ ਕਹਿਣ ਲੱਗੇ ਬਾਬਾ ਜੀ ਸਭ ਸੰਗਤ ਨੂੰ ਰੋਕ ਕੇ ਰੱਖਣਾ। ਮਨ ਬਾਂਛਤ ਸਿੱਖਿਆਨ ਕੋ ਦੀਜੈ। ਤੇ ਲਓ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਬਾਬਾ ਜੀ ਤੁਹਾਡੇ ਕੋਲ ਆਵੇ ਉਹਨੂੰ ਨਿਰਾਸ਼ ਨਹੀਂ ਮੋੜਨਾ, ਜੋ ਮੰਗੇਗਾ ਦੇ ਦਿਓ ਜੀ। ਅੱਜ ਹੀ ਇੱਕ ਸਿੰਘ ਮੈਨੂੰ ਕਹਿਣ ਲੱਗਾ ਭਲਾ ਬਾਬਾ ਬੁੱਢਾ ਜੀ ਵੀ ਨਾਮ ਦੀ ਦਾਤ ਦੇ ਦਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਵੀ ਨਾਮ ਦੀ ਦਾਤ ਦੇ ਦਿੰਦੇ ਆ। ਹਾਂਜੀ, ਬਾਬਾ ਜੀ ਕੋ ਤੇ ਭੰਡਾਰੇ ਨੇ ਜੀ, ਜਿੰਨੀਆਂ ਮਰਜ਼ੀ ਲਈ ਜਾਓ ਜੀ। ਹਾਂਜੀ, ਬਾਬਾ ਜੀ ਤੇ ਮਾਰਗ ਬਣਾਇਆ ਬਾਬਾ ਜੀ ਨੂੰ ਗੁਰੂ ਘਰ ਦਾ। ਆ ਵੇਖ ਲਓ ਮਹਾਰਾਜ ਕਹਿ ਰਹੇ ਬਾਬਾ ਜੀ ਸਾਡੀ ਜਗ੍ਹਾ ਬੈਠ ਕੇ ਦਾਤਾਂ ਤੁਸੀਂ ਵੰਡਣੀਆਂ, ਜੋ ਆਏਗਾ ਉਹਨੂੰ ਖੁੱਲਾ ਦਿਓ। ਕਹਿਣ ਲੱਗੇ ਹਾਂਜੀ, ਹਮਰੇ ਸਮਸਰ ਸਕਲ ਕਰੀਜੈ। ਸਾਡੇ ਬਰਾਬਰ ਕੰਮ ਕਰਨਾ। ਮਹਾਰਾਜ ਕਹਿਣ ਲੱਗੇ ਜਿਵੇਂ ਅਸੀਂ ਕਾਰਜ ਕਰਦੇ ਆ ਨਾ ਉਵੇਂ ਸਾਰੇ ਕਾਰਜ ਤੁਸਾਂ ਨੇ ਕਰਨੇ ਐ। ਲਓ ਹੁਣ ਭਾਵੇਂ ਕਹੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਭਾਵੇਂ ਕਹੋ ਧੰਨ ਬਾਬਾ ਬੁੱਢਾ ਸਾਹਿਬ, ਗੱਲ ਇੱਕੋ ਹੀ ਹੈ ਜੀ। ਗੱਲ ਇੱਕੋ ਹੀ ਹੈ ਜੀ। ਕੇਵਲ ਬਾਬਾ ਬੁੱਢਾ ਸਾਹਿਬ ਉਹ ਸਿੱਖ ਨੇ ਜਿਨ੍ਹਾਂ ਨੂੰ ਇੰਨੀ ਵੱਡੀ ਵਡਿਆਈ ਮਿਲੀ ਹੈ। ਹੋਰ ਸਾਧ ਸੰਗਤ ਦੀ ਇਤਿਹਾਸ 'ਚ ਬਾਬਾ ਬੁੱਢਾ ਜੀ ਦੇ ਬਰਾਬਰ ਲੱਭਦਾ ਕੋਈ ਨਹੀਂ ਜੀ। ਹਾਂਜੀ, ਕਾਰ ਸਮਸਤ ਤੋਰ ਬੋ ਕਰਨੀ। ਕਾਰ ਸਮਸਤ ਤੋਰ ਬੋ ਕਰਨੀ। ਮਹਾਰਾਜ ਕਹਿਣ ਲੱਗੇ ਜਿੰਨਾ ਸਾਡਾ ਕੰਮ ਕਾਜ ਹੈ, ਸੰਗਤਾਂ ਨੂੰ ਮਿਲਦੇ ਆ, ਦੀਵਾਨਾਂ 'ਚ ਹਾਜ਼ਰੀ ਭਰਦੇ ਆ, ਪ੍ਰੇਮੀਆਂ ਦੇ ਘਰ ਜਾਂਦੇ ਆ, ਉਹ ਸਾਰੇ ਕਾਰਜ ਅੱਜ ਤੋਂ ਤੁਸਾਂ ਨੇ ਕਰਨੇ ਨੇ। ਹਾਂਜੀ, ਸਭ ਸੰਗਤ ਕੋ ਧੀਰਜ ਧਰਨੀ। ਤੇ ਨਾਲੇ ਸੰਗਤ ਨੂੰ ਧੀਰਜ ਦੇਣਾ ਹੈ, ਰਾਮਸਰ ਵਾਲੇ ਪਾਸੇ ਨਹੀਂ ਆਉਣ ਦੇਣਾ ਕਿਸੇ ਨੂੰ ਜੀ। ਹੁਣ ਵੇਖੋ ਨਾ ਜੀ ਮਹਾਰਾਜ ਦੇ ਤੇ ਹਜ਼ਾਰਾਂ ਹੀ ਪ੍ਰੇਮੀ ਦਰਸ਼ਨ ਕਰਨ ਆਉਂਦੇ ਆ, ਉਹ ਉੱਥੇ ਆ ਜਾਣ ਸਾਰੇ ਤੇ ਫਿਰ ਬਾਣੀ ਕਿਹੜੇ ਵੇਲੇ ਲਿਖਵਾਉਣਗੇ ਮਹਾਰਾਜ। ਹਾਂਜੀ, ਆਏ ਸਮਾਨ ਜੋਰ ਕਰ ਹਾਥ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਬਰਾਬਰ ਕੰਮ ਕਰਾਂਗਾ। ਮਹਾਰਾਜ ਕਹਿਣ ਲੱਗੇ ਬਾਬਾ ਜੀ ਸਤ ਬਚਨ ਕਰੋ ਤੁਸਾਂ ਹੀ ਕਰਨੇ ਨੇ, ਭੰਡਾਰੇ ਭਰੇ ਨੇ ਤੁਹਾਡੇ, ਦਿਓ ਸੰਗਤਾਂ ਨੂੰ। ਬਾਬਾ ਜੀ ਨੇ ਸਤ ਬਚਨ ਕੀਤਾ ਜੀ। ਹਾਂਜੀ, ਸੀਸ ਚਰਨ ਤਰ ਪ੍ਰੇਮ ਕੇ ਸਾਥ। ਸੀਸ ਚਰਨ ਧਰ। ਸਾਧ ਸੰਗਤ ਜੀ ਬਾਬਾ ਜੀ ਨੇ ਆਪਣਾ ਸੀਸ ਬੜੇ ਪਿਆਰ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਧਰ ਦਿੱਤਾ ਜੀ। ਆਪਾਂ ਵੀ ਬਾਬਾ ਜੀ ਦੇ ਨਾਲ ਹੀ ਸਿਰ ਰੱਖੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਬੁੱਢਾ ਤਬ ਚਲ ਕਰਪੁਰ ਆਇਓ। ਫਿਰ ਬਾਬਾ ਬੁੱਢਾ ਸਾਹਿਬ ਬਖਸ਼ਿਸ਼ਾਂ ਲੈ ਕੇ, ਰਹਿਮਤਾਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਦਰਬਾਰ ਸਾਹਿਬ ਜੀ। ਹਾਂਜੀ, ਸਿੱਖ ਸੰਗਤ ਕੋ ਹੁਕਮ ਸੁਨਾਇਓ। ਸਾਰੀ ਸੰਗਤ ਬਾਬਾ ਜੀ ਨੇ ਇਕੱਠੀ ਕੀਤੀ ਜੀ ਅੰਮ੍ਰਿਤਸਰ ਦੀ। ਹੁਣ ਬਾਬਾ ਜੀ ਦੇ ਹੁਕਮ ਨੂੰ ਕੋਈ ਮੋੜਦਾ ਨਹੀਂ ਜੀ। ਬਾਬਾ ਜੀ ਨੇ ਜਦੋਂ ਸੰਗਤ ਇਕੱਠੀ ਕੀਤੀ, ਸੰਗਤ ਨੂੰ ਬਾਬਾ ਜੀ ਨੇ ਦੱਸਿਆ ਸੰਗਤ ਜੀ ਮਹਾਰਾਜ ਦਾ ਹੁਕਮ ਹੈ, ਜਿਹਨੇ ਸਾਡੇ ਦਰਸ਼ਨ ਕਰਨੇ ਉਹ ਹਰਿਮੰਦਰ ਦੇ ਦਰਸ਼ਨ ਕਰੇ। ਕੁਝ ਸਮਾਂ ਮਹਾਰਾਜ ਇਕਾਂਤ ਵਿੱਚ ਜਾ ਰਹੇ ਹੈ, ਭਾਈ ਕਿਸੇ ਨੇ ਉਸ ਪਾਸੇ ਨਹੀਂ ਜਾਣਾ। ਹਾਂਜੀ, ਜਿਮ ਸ਼੍ਰੀ ਅਰਜਨ ਆਗਿਆ ਦਈ। ਜਿਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਆਗਿਆ ਦਿੱਤੀ, ਤਿਸੀ ਰੀਤ ਨਿਸ ਦਿਨ ਕ੍ਰਿਤ ਕਈ। ਬਸ ਫਿਰ ਉਸੇ ਰੀਤ ਹੀ ਬਾਬਾ ਜੀ ਨੇ ਕਾਰਜ ਕੀਤੇ ਜੀ ਸਾਰੇ ਜੀ। ਜਿੱਥੇ ਪ੍ਰੇਮੀਆਂ ਨੇ ਸੱਦਣਾ ਗੁਰੂ ਜੀ ਨੂੰ, ਉੱਥੇ ਬਾਬਾ ਬੁੱਢਾ ਜੀ ਨੇ ਜਾਣਾ ਜੀ।
ਭਾਗਾਂ ਵਾਲੇ ਸਿੱਖ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਦੇ, ਬਾਬਾ ਬੁੱਢਾ ਜੀ ਕਥਾ ਕਰਦੇ, ਬਾਬਾ ਬੁੱਢਾ ਜੀ ਕੋਲੋਂ ਉਪਦੇਸ਼ ਲੈਂਦੇ। ਜੇ ਕੋਈ ਨਾਮ ਦੀ ਦਾਤ ਮੰਗਦਾ ਤੇ ਬਾਬਾ ਬੁੱਢਾ ਜੀ ਨਾਮ ਦੀ ਦਾਤ ਵੀ ਦਿੰਦੇ ਨੇ ਜੀ। ਬਖਸ਼ਿਸ਼ਾਂ ਕਰਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ। ਹਾਂਜੀ। ਸਭ ਸੰਗਤ ਅੰਮ੍ਰਿਤ ਸਰ ਨਾਵੈ। ਸਭ ਸੰਗਤਾਂ ਸੁਧਾ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਅੰਮ੍ਰਿਤਸਰ। ਹਾਂਜੀ। ਦਰਸ਼ਨ ਸ਼੍ਰੀ ਹਰਿਮੰਦਰ ਜਾਵੈ। ਤੇ ਸੰਗਤਾਂ ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗ ਪਈਆਂ ਜੀ। ਹਾਂਜੀ। ਮੇਲ ਕੀਰਤਨ ਹੋਤ ਵਿਸਾਲਾ। ਇਧਰ ਖੂਬ ਇੱਕ ਪਾਸੇ ਕੀਰਤਨ ਹੁੰਦਾ, ਕਥਾ ਹੁੰਦੀ, ਮੇਲ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਨੇ ਰੌਣਕਾਂ ਲਾਈਆਂ ਨੇ ਜੀ। ਹਾਂਜੀ। ਬੈਠਾ ਹੈ ਬੁੱਢਾ ਥਿਰ ਸਭ ਕਾਲਾ। ਫਿਰ ਪੜੋ। ਬੈਠਾ ਹੈ ਬੁੱਢਾ ਥਿਜਕ ਸਭ ਕਾਲਾ। ਬੈਠੇ ਹੈ ਬੁੱਢਾ ਵਿੱਚ ਸਭ ਕਾਲਾ। ਸਾਰੀਆਂ ਸੰਗਤਾਂ ਦੇ ਵਿਚਕਾਰ ਫਿਰ ਬਾਬਾ ਬੁੱਢਾ ਜੀ ਬੈਠੇ ਹੀ ਰਹਿੰਦੇ ਜੀ। ਬੀੜ ਸਾਹਿਬ ਦਾ ਜਿਹੜਾ ਹੁਕਮ ਸੀਗਾ ਉਹ ਫਿਰ ਇੱਕ ਪਾਸੇ ਰਹਿ ਗਿਆ ਜੀ। ਬੀੜ ਸਾਹਿਬ ਛੱਡ ਕੇ ਕੁਝ ਸਾਲ ਲਗਾਤਾਰ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਵਿੱਚ ਰਹੇ ਜੀ। ਨਹੀਂ ਤੇ ਬੀੜ ਸਾਹਿਬ ਰਹਿੰਦੇ ਸੀਗੇ ਬਾਬਾ ਜੀ। ਹਾਂਜੀ। ਦੋਹਰਾ ਨਿਕਟ ਰਹਿਓ ਗੁਰਦਾਸ ਇੱਕ ਲਿਖਨ ਸੁਣ ਕੇ ਹੇਤ। ਨਿਕਟ ਰਹਿਓ ਗੁਰਦਾਸ ਇੱਕ ਲਿਖਨ ਸੁਣਨ ਕੇ ਹੇਤ। ਮਹਾਰਾਜ ਦੇ ਕੋਲ ਕੇਵਲ ਇੱਕ ਭਾਈ ਗੁਰਦਾਸ ਜੀ ਹਨ ਜੀ। ਹੋਰ ਕਿਸੇ ਨੂੰ ਤੰਬੂ ਚ ਆਉਣ ਦੀ ਆਗਿਆ ਨਹੀਂ ਹੈਗੀ ਜੀ। ਹਾਂਜੀ। ਕੇਤਕ ਸੇਵਕ ਅਪਰ ਜੇ ਬੈਠੈ ਹੋਏ ਸੁਚੇਤ। ਬਾਕੀ ਜਿਹੜੇ ਹੋਰ ਸੇਵਕ ਨੇ ਉਹ ਬਾਹਰ ਸੁਚੇਤ ਹੋ ਕੇ ਬੈਠਦੇ ਆ, ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਆ। ਹਾਂਜੀ। ਚੌਪਈ ਨਿਕਟ ਨਾ ਪਹੁੰਚੈ ਬਿਨਾ ਬੁਲਾਏ। ਮਹਾਰਾਜ ਦੇ ਕੋਲ ਕੋਈ ਨਹੀਂ ਆਉਂਦਾ ਉਹਨਾਂ ਚਿਰ ਤੱਕ ਜਿੰਨਾ ਚਿਰ ਮਹਾਰਾਜ ਹੁਕਮ ਨਹੀਂ ਕਰਦੇ ਜੀ। ਅੰਦਰ ਮਹਾਰਾਜ ਇਕਾਂਤ ਚ ਰਹਿੰਦੇ, ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ। ਹਾਂਜੀ। ਚੌਂ ਦਿਸ਼ ਬੈਠੇ ਕਰ ਚੁਕਸਾਏ। ਚਾਰੇ ਪਾਸੇ ਪਹਿਰਾ ਲੱਗ ਗਿਆ ਜੀ। ਹਾਂਜੀ। ਜੋ ਮਾਨਵ ਆਵਹਿ ਅਨਜਾਣੇ। ਜੇ ਕੋਈ ਭੁੱਲ ਭੁਲੇਖੇ ਆ ਵੀ ਜਾਂਦਾ ਨਾ ਜੀ ਉਸ ਪਾਸੇ, ਕੋਈ ਪ੍ਰਸ਼ਾਦ ਲੈ ਕੇ ਆ ਜਾਂਦਾ, ਕੋਈ ਭੇਟਾ ਲੈ ਕੇ ਆ ਜਾਂਦਾ। ਹਾਂਜੀ। ਬਰਜਹਿ ਤਿਨਹਿ ਨ ਟਿਕ ਜੇ ਜਾਣੇ। ਤੇ ਫਿਰ ਸਿੱਖ ਵਰਜ ਦਿੰਦੇ ਵੀ ਨਾ ਅੰਦਰ ਨਹੀਂ ਜਾਣਾ, ਦਰਬਾਰ ਸਾਹਿਬ ਜਾਓ ਸਾਰੇ। ਹਾਂਜੀ। ਇਮ ਇਕਾਂਕੀ ਹਵੈ ਗੁਰ ਪੂਰੇ। ਇਸ ਤਰੀਕੇ ਨਾਲ ਬਿਲਕੁਲ ਇਕਾਂਤ 'ਚ ਬੈਠੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ। ਤਬ ਹਕਾਰ ਤਬ ਗੁਰਦਾਸ ਹਕਾਰ ਹਦੂਰੇ। ਫਿਰ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕੋਲ ਸੱਦ ਕੇ ਬਚਨ ਕੀਤਾ। ਨਿਕਟ ਬਿਠਾਏ ਮਨੋਰਥ ਭਾਖਾ। ਮਹਾਰਾਜ ਭਾਈ ਗੁਰਦਾਸ ਜੀ ਨੂੰ ਕੋਲ ਬਿਠਾਉਂਦੇ ਆ, ਬਚਨ ਕਰਦੇ ਆ। ਹਾਂਜੀ। ਸੁਨ ਭਾਈ ਹਮਰੀ ਅਬਿਲਾਖਾ। ਮਹਾਰਾਜ ਕਹਿਣ ਲੱਗੇ ਭਾਈ ਜੀ ਹੁਣ ਸਾਡੀ ਅਭਿਲਾਸ਼ਾ ਸੁਣੋ। ਕਹਿਣ ਲੱਗੇ। ਹਾਂਜੀ। ਰਚੋ ਗ੍ਰੰਥ ਕੀ ਬੀੜ ਉਦਾਰੀ। ਬਹੁਤ ਉੱਤਮ ਗ੍ਰੰਥ ਸਾਹਿਬ ਜੀ ਨੂੰ ਲਿਖਣਾ ਆਰੰਭ ਕਰ ਦਿਓ। ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਐਦਾਂ ਥੋੜੀ ਗੱਜ ਕੇ। ਮਹਾਰਾਜ ਕਹਿਣ ਲੱਗੇ ਬੀੜ ਸਾਹਿਬ ਲਿਖਣੀ ਆਰੰਭ ਕਰੋ। ਹਾਂਜੀ। ਲਿਖ ਅੱਖਰ ਗੁਰਮੁਖੀ ਮਝਾਰੀ। ਲਿਖਣਾ ਕਿਹੜੀ ਭਾਸ਼ਾ ਚ ਹੈ ਜੀ? ਦੇਵਨਾਗਰੀ ਵੀ ਸੀ, ਹਿੰਦੀ ਵੀ ਸੀ ਜੀ ਉਸ ਸਮੇਂ। ਮਹਾਰਾਜ ਕਹਿਣ ਲੱਗੇ ਗੁਰਮੁਖੀ ਵਿੱਚ ਲਿਖਣਾ, ਪੰਜਾਬੀ ਚ ਲਿਖਣਾ। ਹਾਂਜੀ। ਸ੍ਰੀ ਨਾਨਕ ਪੱਟੀ ਜੋ ਬਨਾਈ। ਮਹਾਰਾਜ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੋਪਾਲ ਪਾਂਧੇ ਨੂੰ ਜਿਹੜੀ ਪੱਟੀ ਸੁਣਾਈ ਸੀ ਨਾ, ਉਹ ਅੱਖਰ ਲਿਖਣੇ ਆ ਸਾਰੇ। ਹਾਂਜੀ। 35 ਅੱਖਰ ਕਹੇ ਸੁਨਾਈ। 35 ਅੱਖਰ ਕਰੇ ਸੁਹਾਈ। ਗੱਜ ਕੇ ਆਖੋ ਵਾਹਿਗੁਰੂ। ਸੋਹਣੇ ਸ਼ੋਭਨੀਕ 35 ਅੱਖਰ ਮਹਾਰਾਜ ਨੇ ਮੰਨੇ ਨੇ ਜੀ। ਹਾਂਜੀ। ਗੁਰਮੁਖੀ ਦੇ 35 ਅੱਖਰ ਨੇ, ਇਹਨੂੰ 35 ਅੱਖਰੀ ਵੀ ਕਹਿੰਦੇ ਨੇ ਜੀ। ਮਹਾਰਾਜ ਕਹਿਣ ਲੱਗੇ ਉਹ 35 ਅੱਖਰ ਵਰਤਣੇ ਆ ਵਿੱਚ। ਹਾਂਜੀ। ਤਿੰਨ ਮਹਿ ਲਿਖੋ ਸਰਬ ਗੁਰਬਾਣੀ। ਸਾਰੀ ਗੁਰਬਾਣੀ ਭਾਈ ਗੁਰਦਾਸ ਜੀ ਗੁਰਮੁਖੀ ਵਿੱਚ ਲਿਖਣੀ ਹੈ। ਹਾਂਜੀ। ਪਠਬੇ ਬਿਖੈ ਸੁਖੈਨ ਮਹਾਨੀ। ਕਿਉਂ? ਪੜਨ ਵਿੱਚ ਸੌਖੀ ਹੋਏਗੀ, ਸੰਗਤਾਂ ਨੂੰ ਸੁੱਖ ਮਿਲੇਗਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਸੰਗਤ ਜੀ ਮੈਨੂੰ ਮਾਫ ਕਰਿਓ, ਅੱਜ ਪੰਜਾਬੀ ਪੜ੍ਹਨੀ ਵੀ ਸਾਡੇ ਬੱਚਿਆਂ ਨੂੰ ਨਹੀਂ ਆਉਂਦੀ। ਜਦੋਂ ਸੁਣੀ ਦਾ ਪਾਠ ਜਪਜੀ ਸਾਹਿਬ ਦਾ ਕਰਦੇ ਤੌਬਾ ਹੀ ਹੋਈ ਹੁੰਦੀ ਜੀ। ਪਹਿਲੀਆਂ 5 ਪੌੜੀਆਂ ਵਿੱਚ ਇੰਨੀਆਂ ਗਲਤੀਆਂ ਹੁੰਦੀਆਂ ਨੇ ਵੀ ਵਾਹਿਗੁਰੂ ਪਰਮੇਸ਼ਰ ਹੀ ਬਚਾਵੇ ਜੀ।
ਸਿੱਖਣੀ ਚਾਹੀਦੀ ਹੈ। ਹਾਂਜੀ, ਜਿਨ ਕੀ ਬੁੱਧ ਮਹਿਦ ਅਧਿਕਾਈ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੀ ਫਿਰ ਬੁੱਧੀ ਜ਼ਿਆਦਾ ਹੈ, ਜਿਹੜੇ ਤਤ ਬੁੱਧੀ ਵਾਲੇ ਨੇ, ਜਿਹੜੇ ਖੂਬ ਸਿਆਣੇ ਨੇ, ਬਹੁ ਅਭਿਆਸ ਹੈ ਵਿਦਿਆ ਪਾਈ। ਜਿਨ੍ਹਾਂ ਨੇ ਅਭਿਆਸ ਕੀਤਾ, ਵਿਦਿਆ ਪ੍ਰਾਪਤ ਕੀਤੀ ਹੈ, ਮਿਹਨਤ ਲਾਈ ਹੈ ਇਸ ਪਾਸੇ। ਹਾਂਜੀ, ਬਹੁਤ ਬਰਖ ਲਗ ਪਠੇ ਵਿਚਾਰ ਹੈ। ਹਾਂਜੀ, ਸੋ ਤਵ ਜਾਣਹਿ ਸਾਰ ਅਸਾਰ ਹੈ। ਉਹ ਵੀ ਕਈ ਸਾਲ ਪੜਨਗੇ, ਵਿਚਾਰਨਗੇ ਤੇ ਫਿਰ ਤੱਤ ਦੀ ਸਮਝ ਆਉਣੀ ਉਹਨਾਂ ਨੂੰ। ਕਹਿਣ ਲੱਗੇ ਭਾਵੇਂ ਗੁਰਬਾਣੀ ਸੌਖੀ ਬੋਲੀ 'ਚ ਲਿਖੀ ਹੈ, ਫਿਰ ਵੀ ਇਹਦੀ ਸਮਝ ਕਈ ਸਾਲਾਂ ਬਾਅਦ ਆਏਗੀ। ਕਹਿਣ ਲੱਗੇ ਬੜੇ ਬੜੇ ਵਿਦਵਾਨ ਬੰਦੇ, ਹੁਣ ਸੁਣਿਓ ਧਿਆਨ ਨਾਲ, ਮਸਕੀਨ ਜੀ ਨੂੰ ਲੋਕ ਮੰਨਦੇ ਸੀਗੇ ਵੀ ਬੜੇ ਬੜੇ ਅਰਥ ਕਰਦੇ ਆ। ਉਹ ਵੀ ਕਹਿੰਦੇ ਮੈਂ ਜਿਹੜੇ ਪਹਿਲਾਂ ਅਰਥ ਕੀਤੇ ਸੀ ਹੁਣ ਅਰਥ ਬਦਲ ਗਏ ਆ, ਅਰਥ ਹੋਰ ਹੋ ਗਏ ਨੇ। ਬੁੱਧੀ ਸਮੇਂ ਨਾਲ ਵਧੀ ਤੇ ਫਿਰ ਬਾਣੀ ਦੀ ਸਮਝ ਆਈ। ਕਹਿੰਦੇ ਨਹੀਂ, ਜੋ ਪਹਿਲਾਂ ਅਰਥ ਸਨ ਉਹ ਗਲਤ ਸਨ, ਇਹ ਅਰਥ ਹੈ। ਕਹਿਣ ਲੱਗੇ ਜੇ ਮੈਂ ਕੁਝ ਸਾਲ ਹੋਰ ਜਿਉਂਦਾ ਰਿਹਾ ਤੇ ਇਹ ਵੀ ਅਰਥ ਨਹੀਂ ਰਹਿਣੇ, ਅਰਥ ਹੋਰ ਹੋ ਜਾਣੇ। ਮਹਾਰਾਜ ਕਹਿਣ ਲੱਗੇ ਭਾਵੇਂ ਸਰਲ ਬਾਣੀ 'ਚ ਅਸੀਂ ਸਰਲ ਭਾਸ਼ਾ 'ਚ ਬਾਣੀ ਉਚਾਰਨੀ ਹੈ, ਫਿਰ ਵੀ ਮਹਾਰਾਜ ਕਹਿਣ ਲੱਗੇ ਸਮਾਂ ਆਏਗਾ, ਕਈ ਸਾਲ ਲੱਗਣਗੇ, ਫਿਰ ਤਤ ਭਾਵ ਸਮਝ ਲੱਗਣਾ। ਗੱਜ ਕੇ ਆਖੋ ਵਾਹਿਗੁਰੂ। ਇਹਦੇ ਲਈ ਸਾਧ ਸੰਗਤ ਸਿੱਖ ਬਾਣੀ ਦਾ ਅਭਿਆਸ ਕਰਦਾ ਰਹੇ ਜੀ, ਬਾਣੀ ਪੜ੍ਹਦਾ ਰਹੇ ਜੀ, ਅਭਿਆਸ ਕਰਦਾ ਰਹੇ। ਹਰ ਰੋਜ਼ ਨਵੀਂ ਜਾਣਕਾਰੀ ਮਿਲੇਗੀ, ਹਰ ਰੋਜ਼ ਨਵਾਂ ਗਿਆਨ ਪ੍ਰਾਪਤ ਹੋਏਗਾ। ਹਾਂਜੀ, ਤਿਸ ਤਤ ਕੋ ਗੁਰਮੁਖੀ ਮਝਾਰੀ। ਇਹ ਸਾਰਾ ਤਤ ਭਾਈ ਗੁਰਦਾਸ ਜੀ ਗੁਰਮੁਖੀ ਭਾਸ਼ਾ ਵਿੱਚ ਲਿਖਣਾ। ਹਾਂਜੀ, ਲਿਖ ਹੈ ਸੁਗਮ ਸ਼ਰਦਾ ਉਰ ਧਾਰੀ। ਤੇ ਮਹਾਰਾਜ ਕਹਿਣ ਲੱਗੇ ਸ਼ਰਧਾ ਧਾਰ ਕੇ ਬਾਣੀ ਲਿਖੋ। ਕਹਿਣ ਲੱਗੇ ਹੁਣ ਤੁਸੀਂ। ਹਾਂਜੀ, ਸਹਿਸ ਕਰਿਤ ਅਰ ਤੁਰ ਕਰਨ ਭਾਸ਼ਾ। ਤੇ ਜਿਹੜੀ ਸੰਸਕ੍ਰਿਤ ਹੈ ਤੇ ਜਿਹੜੀ ਤੁਰਕਾਂ ਦੀ ਭਾਸ਼ਾ ਹੈ, ਅਰਬੀ ਹੈ, ਫਾਰਸੀ ਹੈ। ਹਾਂਜੀ, ਇਸ ਮਹਿ ਲਿਖ ਲੈ ਹੈ ਬੁੱਧ ਰਾਸਾ। ਸਮਾਂ ਆਏਗਾ ਇਹਨਾਂ ਵਿੱਚ ਵੀ ਬਾਣੀ ਲਿਖੀ ਜਾਏਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਰਾਜ ਜੀ ਦਾ ਬਚਨ ਸੱਚਾ ਜੀ। ਫਿਰ ਦੇਵਨਾਗਰੀ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਗਏ ਆ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਬੀ ਭਾਸ਼ਾ 'ਚ ਲਿਖਿਆ ਸੀਗਾ ਜੀ। ਮਹਾਰਾਜ ਕਹਿਣ ਲੱਗੇ ਸਿਆਣੇ ਸਿੱਖ ਨਾ ਸਮੇਂ ਨਾਲ ਆਪੇ ਹੋਰ ਭਾਸ਼ਾਵਾਂ ਵਿੱਚ ਲਿਖ ਲੈਣਗੇ। ਅੱਜ ਤੇ ਕਈ ਭਾਸ਼ਾਵਾਂ ਵਿੱਚ ਹੈ ਜੀ। ਹਾਂਜੀ, ਉਹ ਮੈਂ ਪਿੱਛੇ ਜੇ ਵੀਡੀਓ ਵੇਖ ਰਿਹਾ ਸੀ, ਸ਼ਾਇਦ ਉਹ ਬੀਬੀ ਚੀਨ ਦੀ ਸੀਗੀ, ਪੋਥੀ ਪੜ੍ਹ ਰਹੀ ਤੇ ਗੁਰਬਾਣੀ ਬੋਲ ਰਹੀ, ਭਾਸ਼ਾ ਉਹਨਾਂ ਦੀ ਲਿਖੀ ਹੈ ਜੀ। ਹਾਂਜੀ, ਸਭ ਉੱਪਰ ਪਸਰਹਿ ਇਹ ਧਾਈ। ਪਰ ਮਹਾਰਾਜ ਕਹਿਣ ਲੱਗੇ ਲਿਖਣਗੇ ਉਹ ਆਪਣੇ ਅੱਖਰਾਂ 'ਚ, ਬੋਲੀ ਗੁਰਮੁਖੀ ਰਹੇਗੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ ਨਾ ਜੀ, ਕੋਈ ਇੰਗਲਿਸ਼ 'ਚ ਲਿਖੇ ਇੱਕ ਓੰਕਾਰ ਸਤਨਾਮ, ਲਿਖ ਤੇ ਲਿਆ ਸ਼ਬਦ ਅੱਖਰ ਅੰਗਰੇਜ਼ੀ ਦੇ ਵਰਤ ਲਏ, ਬੋਲੀ ਤੇ ਗੁਰਮੁਖੀ ਰਹੀ ਨਾ। ਮਹਾਰਾਜ ਕਹਿਣ ਲੱਗੇ ਬੋਲੀ ਗੁਰਮੁਖੀ ਰਹੇਗੀ, ਸਭ ਦੀ ਸਿਰਮੌਰ ਬੋਲੀ ਬਣੇਗੀ ਇਹ। ਹਾਂਜੀ, ਜਿਮ ਜਲ ਪਰ ਸੋ ਚਿਕਨ ਤਾ ਪਾਈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਵੇਂ ਪਾਣੀ ਉੱਤੇ ਥਿੰਧਾਈ ਛਾ ਜਾਂਦੀ ਹੈ ਨਾ ਜੀ, ਇਸੇ ਤਰ੍ਹਾਂ ਸਮੇਂ ਨਾਲ ਸਭ ਭਾਸ਼ਾਵਾਂ ਉੱਤੇ ਗੁਰਮੁਖੀ ਛਾ ਜਾਣੀ ਹੈ ਜੀ, ਛਾ ਜਾਏਗੀ। ਕਹਿਣ ਲੱਗੇ ਹਾਂਜੀ, ਕਿਰਤ ਕਰਤ ਗ੍ਰਸਤੀ ਮਤ ਥੋਰੀ। ਮਹਾਰਾਜ ਕਹਿਣ ਲੱਗੇ ਕਿਰਤ ਕਰਦੇ ਨੇ ਜਿਹੜੇ ਕਿਰਤੀ ਨੇ, ਹੁਣ ਉਹ ਇਹਨਾਂ ਪੜ੍ਹ ਨਹੀਂ ਸਕਦੇ। ਹਾਂਜੀ, ਸੁਗਮ ਪਟਹਿ ਵਿਦਿਆ ਜਿਨ ਲੋਰੀ। ਇਸ ਕਰਕੇ ਗੁਰਮੁਖੀ ਪੜ੍ਹਨੀ ਔਖੀ ਨਹੀਂ ਹੈ, ਛੇਤੀ ਸਮਝ ਆ ਜਾਂਦੀ ਹੈ। ਅਸੀਂ ਤਾਂ ਲਿਖ ਰਹੇ ਹਾਂ, ਕਿਰਤੀ ਜਿਹੜੇ ਆ ਉਹ ਵੀ ਇਹ ਬਾਣੀ ਪੜ੍ਹ ਲਿਆ ਕਰਨ ਜੀ। ਪਹਿਲਾਂ ਸੀਗੇ ਗ੍ਰੰਥ ਸੰਸਕ੍ਰਿਤ 'ਚ ਲਿਖੇ, ਮਹਿੰਗੀਆਂ ਭਾਸ਼ਾਵਾਂ ਵਿੱਚ ਲਿਖੇ, 25 ਸਾਲ ਬੰਦਾ ਮਿਹਨਤ ਕਾਂਸ਼ੀ ਵਿੱਚ ਜਾ ਕੇ ਕਰਦਾ ਸੀਗਾ, ਫਿਰ ਸਮਝ ਆਉਂਦੀ ਸੀਗੀ ਜੀ। ਪਰ ਇੱਥੇ ਥੋੜ੍ਹਾ ਜਿਹਾ ਪੜ੍ਹ ਕੇ ਸਿੱਖ ਜਪਜੀ ਸਾਹਿਬ ਪੜ੍ਹਨ ਜੋਗਾ ਹੋ ਜਾਂਦਾ ਹੈ ਜੀ। ਹਾਂਜੀ, ਪ੍ਰਗਟ ਹੈ ਗਾਡੀ ਰਾਹੋ ਵਿਸਾਲਾ। ਹਾਂਜੀ, ਚਲਹਿ ਜੋ ਨਹਿ ਭੂਲਹਿ ਕਿਸ ਕਾਲਾ। ਮਹਾਰਾਜ ਕਹਿਣ ਲੱਗੇ ਤੁਸੀਂ ਬਾਣੀ ਲਿਖਣੀ ਆਰੰਭ ਕਰੋ, ਗਾਡੀ ਰਾਹ ਪ੍ਰਾਰੰਭ ਹੋਏਗਾ। ਗਾਡੀ ਰਾਹ ਤੇ ਹੋਏਗਾ ਕੀ? ਮਹਾਰਾਜ ਕਹਿਣ ਲੱਗੇ ਜਿਹੜਾ ਇਹਦੇ ਤੇ ਚੱਲੇਗਾ ਫਿਰ ਕਦੀ ਭੁੱਲੇਗਾ ਨਹੀਂ ਉਹ। ਹਾਂਜੀ, ਲਿਖੋ ਗੁਰਮੁਖੀ ਅੱਖਰ ਜਾਂ ਤੇ। ਇਸ ਕਰਕੇ ਭਾਈ ਗੁਰਦਾਸ ਜੀ ਗੁਰਮੁਖੀ ਅੱਖਰਾਂ ਵਿੱਚ ਬਾਣੀ ਲਿਖਣੀ ਹੈ।
ਗੁਰਮੁਖੀ ਭਾਸ਼ਾ ਨੂੰ ਸਿਰਮੌਰ ਦਾ ਦਰਜਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਜੀ। ਹਾਂਜੀ, ਸਗਲ ਜਗਤ ਮਹਿ ਹੋਏ ਪਖਿਆਤੇ। ਸਾਰੇ ਜਗਤ ਵਿੱਚ ਸਮੇਂ ਨਾਲ ਇਹ ਪ੍ਰਗਟ ਹੋਏਗੀ। ਅੱਜ ਮਹਾਰਾਜ ਦੀ ਮਿਹਰ ਹੈ, ਨਾਨਕ ਹੋਸੀ ਪੀ ਸੱਚ ਤੱਕ ਮੇਰੇ ਖਿਆਲ ਨਾਲ ਸਭ ਧਰਮਾਂ ਦੇ ਬੰਦਿਆਂ ਨੂੰ ਪੜ੍ਹਨਾ ਹੁੰਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਹਿੰਦੂ ਵੀਰ ਨੂੰ ਵੀ ਕਹਿ ਦੋ ਨਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ, ਆਪੇ ਅੱਗੋਂ ਬੋਲੇਗਾ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਪਸਰ ਜਾਏਗੀ ਇਹ, ਫੈਲ ਜਾਏਗੀ ਇਹ। ਹਾਂਜੀ, ਸ਼ਰਧਾਵੰਤੇ ਪਠੇ ਸੁਖੈਨ। ਸ਼ਰਧਾਵਾਨ ਸਿੱਖ ਇਸ ਸੌਖੀ ਤੇ ਸਰਲ ਬਾਣੀ ਨੂੰ ਪੜ੍ਹਿਆ ਕਰਨਗੇ। ਹਾਂਜੀ, ਜਨ ਹੈ ਹਰ ਸਿਮਰਨ ਗਤ ਦੈਨ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਵਾਹਿਗੁਰੂ ਦੇ ਸਿਮਰਨ ਦੀ ਮਹਿਮਾ ਨੂੰ ਜਾਣਨਗੇ, ਮੁਕਤੀ ਦੀ ਪ੍ਰਾਪਤੀ ਉਹਨਾਂ ਨੂੰ ਹੋਏਗੀ। ਹਾਂਜੀ, ਇਨ ਕੀ ਮਹਿਮਾ ਮਹਾ ਪਿਰਾਮੂ। ਹਾਂਜੀ, ਬਿਦਤ ਹੈ ਜਗ ਗੁਰਮੁਖੀ ਸੋ ਨਾਮੂ। ਤੇ ਮਹਾਰਾਜ ਕਹਿਣ ਲੱਗੇ ਬਾਣੀ ਦੀ ਮਹਿਮਾ ਵੀ ਬਹੁਤ ਵੱਡੀ ਹੈ, ਤੇ ਜਿਸ ਭਾਸ਼ਾ ਵਿੱਚ ਬਾਣੀ ਲਿਖੀ ਜਾਏਗੀ ਉਸ ਭਾਸ਼ਾ ਦੀ ਮਹਿਮਾ ਵੀ ਵੱਡੀ ਹੋਏਗੀ। ਕਹਿਣ ਲੱਗੇ ਕੋਈ ਛੋਟੀ ਗੱਲ ਥੋੜੀ ਹੈ ਜੀ। ਸੰਸਕ੍ਰਿਤ ਨੂੰ ਲੋਕ ਦੇਵ ਭਾਸ਼ਾ ਕਹਿੰਦੇ ਆ ਜੀ, ਪੰਜਾਬੀ ਨੂੰ ਗੁਰੂਆਂ ਦੀ ਬੋਲੀ ਕਹਿੰਦੇ ਹੈ ਜੀ। ਹਾਂਜੀ, ਦੇਖ ਹੈ ਪਟਹਿ ਲਿਖੇ ਸਨਮਨ ਹੈ। ਸਮੇਂ ਨਾਲ ਸਿੱਖ ਦੇਖਹਿ ਪਠਹਿ ਲਿਖਹਿ ਸਨਮਨ ਹੈ। ਦੇਖਿਆ ਕਰਨਗੇ, ਦਰਸ਼ਨ ਕਰਿਆ ਕਰਨਗੇ, ਪੜ੍ਹਿਆ ਕਰਨਗੇ, ਲਿਖਿਆ ਕਰਨਗੇ, ਇਸ ਭਾਸ਼ਾ ਦਾ ਸਨਮਾਨ ਹੋਏਗਾ। ਹਾਂਜੀ, ਨਿਜ ਪਾਤਕ ਘਾਤਕ ਹਿਤ ਠਨ ਹੈ। ਬਾਣੀ ਪੜ੍ਹ ਕੇ ਸੁਣ ਕੇ ਆਪਣੇ ਪਾਪ ਦੂਰ ਕਰਨਗੇ। ਹਾਂਜੀ, ਚਤੁਰ ਗੁਰੂ ਕੇ ਸ਼ਬਦ ਮੁਕੰਤੇ। ਤੇ ਭਾਈ ਗੁਰਦਾਸ ਜੀ ਹੁਣ ਤੁਸੀਂ 4 ਗੁਰੂ ਸਾਹਿਬਾਂ ਦੇ ਜਿਹੜੇ ਸ਼ਬਦ ਨੇ, ਹਾਂਜੀ, ਪਿਖ ਪੋਥੀ ਤੁਮ ਲਿਖੋ ਆਨੰਦੇ। ਪੋਥੀ ਸਾਹਿਬ ਦੇ ਦਰਸ਼ਨ ਕਰਕੇ ਗ੍ਰੰਥ ਸਾਹਿਬ ਜੀ ਵਿੱਚ ਲਿਖੋ ਜੀ। ਇਹ ਜ਼ਿੰਮੇਵਾਰੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਦਿੱਤੀ ਜੀ। ਹਾਂਜੀ, ਸਭ ਵੇਦਨ ਕੋ ਸਾਰ ਨਿਕਾਰਾ। ਕਿਉਂ ਬਾਣੀ ਜਿਹੜੀ ਹੈ ਵੇਦਾਂ ਦਾ ਵੀ ਸਾਰ ਹੈ। ਹਾਂਜੀ, ਮਤ ਸਾਗਰ ਜਿਮ ਰਤਨ ਉਦਾਰਾ। ਜਿਵੇਂ ਸਾਧ ਸੰਗਤ ਸਾਗਰ ਨੂੰ ਰਿੜਕ ਰਿੜਕ ਕੇ ਰਤਨ ਕੱਢ ਲਈਦੇ ਆ ਨਾ, ਉਵੇਂ ਜਿੰਨੇ ਗ੍ਰੰਥ ਨੇ ਉਹਨਾਂ ਸਾਰੇ ਗ੍ਰੰਥਾਂ ਦਾ ਜਿਹੜਾ ਤੱਤ ਹੈ ਉਹ ਸਤਿਗੁਰੂ ਜੀ ਦੀ ਬਾਣੀ ਵਿੱਚ ਮਿਲ ਜਾਂਦਾ ਹੈ ਜੀ। ਹਾਂਜੀ, ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ। ਸ਼੍ਰੀ ਗੁਰ ਅਮਰ ਅਪਰ ਸ਼੍ਰੀ ਰਾਮੂ। ਚੌਥੇ ਪਾਤਸ਼ਾਹ ਤੱਕ ਮਹਾਰਾਜ ਨੇ ਨਾਮ ਲਿਆ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ। ਪ੍ਰਿਥਕ ਪ੍ਰਿਥਕ ਲਿਖ ਇਨ ਕੀ ਬਾਣੀ। ਇਹਨਾਂ ਸਾਰਿਆਂ ਦੀ ਬਾਣੀ ਲਿਖੋ ਮਹਾਰਾਜ ਕਹਿਣ ਲੱਗੇ। ਔਰ ਸਾਧ ਸੰਗਤ ਸਭ ਤੋਂ ਵੱਡੀ ਗੱਲ ਜਿਹੜਾ ਆਪਾਂ ਪੜ੍ਹਦੇ ਆ ਨਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਸ਼ਲੋਕ ਮਹੱਲਾ ਦੂਜਾ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਵਾਏ ਹੈ ਜੀ। ਮਹੱਲੇ ਪਤਾ ਲੱਗ ਜੇ ਵੀ ਕਿਹੜੇ ਸਤਿਗੁਰੂ ਦੀ ਬਾਣੀ ਹੈ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਪਛਾਣੋ, ਪਹਿਲਾਂ ਮਹੱਲੇ ਨਹੀਂ ਸੀ ਲਿਖੇ, ਕੇਵਲ ਸ਼ਬਦ ਹੀ ਲਿਖੇ ਸੀਗੇ ਜੀ। ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ ਨਾਮਾਂ ਦੇ ਅਧੀਨ ਬਾਣੀ ਲਿਖਣੀ ਹੈ ਸਾਰਿਆਂ ਦੀ, ਵੱਖ ਵੱਖ ਕਰਕੇ। ਹਾਂਜੀ, ਪਠ ਕਰ ਆਪ ਲਿਹੋ ਪਹਿਚਾਨੀ। ਮਹਾਰਾਜ ਕਹਿੰਦੇ ਪੜ੍ਹ ਕੇ ਪਛਾਣ ਲਓ ਕਿਹੜੀ ਬਾਣੀ ਗੁਰੂ ਰਾਮਦਾਸ ਜੀ ਦੀ ਹੈ, ਕਿਹੜੀ ਗੁਰੂ ਅਮਰਦਾਸ ਜੀ ਦੀ ਹੈ, ਆਪੇ ਹੀ ਪਛਾਣ ਲਓ ਕਹਿਣ ਲੱਗੇ। ਹਾਂਜੀ, ਸੁਨ ਭਾਈ ਗੁਰਦਾਸ ਉਚਾਰੀ। ਭਾਈ ਗੁਰਦਾਸ ਜੀ ਸੁਣ ਕੇ ਮਹਾਰਾਜ ਨੂੰ ਕਹਿਣ ਲੱਗੇ। ਹਾਂਜੀ, ਕਹਾਂ ਬੁੱਧ ਪ੍ਰਭ ਇਤੀ ਹਮਾਰੀ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮੇਰੇ 'ਚ ਇੰਨੀ ਕਿੱਥੋਂ ਬੁੱਧੀ ਹੈਗੀ ਹੈ ਜੀ। ਹੁਣ ਵੇਖੋ ਨਾ ਜੀ, ਮੈਂ ਕੁਝ ਪੰਕਤੀਆਂ ਬੋਲਾਂ, ਸਾਨੂੰ ਨਹੀਂ ਪਤਾ ਲੱਗਣਾ ਕਿਹੜੇ ਗੁਰੂ ਜੀ ਦੀ ਜੇ ਉੱਪਰਲਾ ਮਹੱਲਾ ਨਾ ਬੋਲਾਂ ਜੀ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਮੈਂ ਕਿਵੇਂ ਪਛਾਣਾ। ਹਾਂਜੀ, ਮੈਂ ਅਲਪੱਗਯ ਜੀਵ ਕਿਮ ਜਾਨੋ। ਮੈਂ ਤੇ ਮਹਾਰਾਜ ਮਾੜੀ ਬੁੱਧੀ ਵਾਲਾ ਹੈਗਾ, ਛੋਟੀ ਬੁੱਧੀ ਵਾਲਾ ਹੈਗਾ, ਮੈਨੂੰ ਕੀ ਪਤਾ ਮਹਾਰਾਜ। ਹਾਂਜੀ, ਗੁਰ ਕੀ ਗਿਰਾ ਅਗਮ ਗਤ ਮਾਨੋ। ਮਹਾਰਾਜ ਗੁਰੂ ਜੀ ਦੀ ਬਾਣੀ ਤੇ ਅਗਮ ਅਗਾਧ ਹੈ। ਹਾਂਜੀ, ਹਿਰਦਾ ਅਗਾਧ ਅਬਾਦ ਗੰਭੀਰਾ। ਮਹਾਰਾਜ ਦਾ ਹਿਰਦਾ ਅਗਾਧ ਹੈ, ਗੰਭੀਰ ਹੈ। ਹਾਂਜੀ, ਗਿਰਾ ਰੂਪ ਸੋਈ ਗੁਰ ਧੀਰਾ। ਤੇ ਸੱਚੇ ਪਾਤਸ਼ਾਹ ਧੀਰਜਵਾਨ ਨੇ ਮਹਾਰਾਜ, ਉਹਨਾਂ ਦੀ ਬਾਣੀ ਵੀ ਗੁਰੂ ਰੂਪ ਹੈ,
ਪਰ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਕਿਹੜੀ ਗੁਰੂ ਅਮਰਦਾਸ ਜੀ ਦੀ ਹੈ? ਮੈਨੂੰ ਨਹੀਂ ਪਤਾ ਲੱਗ ਸਕਦਾ। ਹਾਂਜੀ। ਬ੍ਰਹਮਾਦਿਕ ਲਖ ਸਕੈ ਨ ਕੋਊ। ਮਹਾਰਾਜ ਇੱਥੇ ਤੇ ਬ੍ਰਹਮਾ ਜੀ ਵਰਗੇ ਵੀ ਨਹੀਂ ਜਾਣ ਸਕਦੇ, ਗੱਜ ਕੇ ਆਖੋ ਵਾਹਿਗੁਰੂ। ਇਹ ਤਾਂ ਉਹੀ ਹੀ ਜਾਣ ਸਕਦੇ ਜਿਨ੍ਹਾਂ ਦੀ ਬਾਣੀ ਹੈਗੀ ਹੈ ਜੀ। ਹਾਂਜੀ। ਮੋਹ ਮਹਿ ਕਹਾਂ ਇਤੀ ਮਤ ਹੋਊ। ਸੱਚੇ ਪਾਤਸ਼ਾਹ ਮੇਰੇ ਵਿੱਚ ਇੰਨੀ ਕਿੱਥੋਂ ਮੱਤ ਹੈਗੀ ਹੈ, ਜਿਸ ਦੀ ਪਛਾਣ ਬ੍ਰਹਮਾ, ਸ਼ਿਵ ਜੀ, ਮਹੇਸ਼, ਹੋਰ ਦੇਵਤੇ ਨਹੀਂ ਕਰ ਸਕਦੇ, ਮੈਂ ਕਿਵੇਂ ਕਰ ਸਕਦਾ? ਹਾਂਜੀ। ਜੇਕਰ ਹੋਵੋ ਆਪ ਸਹਾਈ। ਪਰ ਜੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੀ ਸਹਾਇਤਾ ਕਰੋ। ਹਾਂਜੀ। ਲਖੋ ਤਿਤਿਕ ਜੋ ਇਹੋ ਲਖਾਈ। ਲਖੋ ਤਿਤਿਕ ਜੋ ਦੇਹੋ ਲਿਖਾਈ। ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਤੁਸੀਂ ਬੋਲੀ ਚਲੋ, ਮੈਂ ਲਿਖੀ ਜਾਂਦਾ ਮਹਾਰਾਜ। ਕਿਉਂ? ਤੁਸੀਂ ਉਹ ਜੋ ਤੋਂ ਤੁਹਾਨੂੰ ਪਤਾ ਕਿਹੜਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ, ਕਿਹੜਾ ਗੁਰੂ ਰਾਮਦਾਸ ਜੀ ਦਾ, ਕਿਵੇਂ ਲਿਖਣਾ। ਹਾਂਜੀ। ਹੋਏ ਪ੍ਰਸੰਨ ਹੋਏ ਬਰ ਕੋ ਦੀਨਾ। ਜਦੋਂ ਭਾਈ ਗੁਰਦਾਸ ਜੀ ਨੇ ਨਿਮਰਤਾ ਵਾਲੇ ਬਚਨ ਕੀਤੇ ਨਾ, ਫਿਰ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਜੀ ਭਾਈ ਗੁਰਦਾਸ ਜੀ ਨੂੰ। ਸੁਣਿਓ ਧਿਆਨ ਨਾਲ। ਹਾਂਜੀ। ਸ਼੍ਰੀ ਗੁਰ ਪਰਮ ਕਿਰਪਾਲ ਪ੍ਰਬੀਨਾ। ਮਹਾਰਾਜ ਬੜੇ ਪ੍ਰਸੰਨ ਕਿਰਪਾਲੂ ਹੋਏ, ਸੱਚੇ ਪਾਤਸ਼ਾਹ ਵਰ ਦੇਣ ਲੱਗੇ ਜੀ। ਹਾਂਜੀ। ਜਥਾ ਪੁੱਤਰ ਹੋਵੇ ਘਰ ਬਾਹਰ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਪੁੱਤ ਬਾਹਰ ਖਲੋਤਾ ਹੋਵੇ, ਘਰ ਦੇ ਬਾਹਰ ਖਲੋਤਾ ਹੋਵੇ। ਹਾਂਜੀ। ਅੰਤਰ ਮਾਤਾ ਪਿਤਾ ਅਜਾਹਰ। ਅੰਦਰ ਮਾਂ ਪਿਓ ਹੋਣ ਜੀ ਉਹਦੇ ਜੀ। ਹਾਂਜੀ। ਅਪਰ ਕੁਟੰਬ ਜੋ ਬੋਲਹਿ ਬਾਤੀ। ਹੋਰ ਚਾਚਾ, ਭੈਣ, ਭਰਾ, ਦਾਦੀ, ਦਾਦੇ ਹੋਰ ਵੀ ਹੋਣ ਉਸੇ ਅੰਦਰ ਕਮਰੇ 'ਚ। ਹਾਂਜੀ। ਜਾਨ ਲੇਹ ਬਾਲਕ ਬਖਿਆਤੀ। ਪਰ ਬਾਲਕ ਜਾਣ ਲੈਂਦਾ, ਮਹਾਰਾਜ ਕਹਿੰਦੇ ਬਾਲਕ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ। ਕਿਵੇਂ? ਹਾਂਜੀ। ਕੋ ਨਰ ਬੂਝਹਿ ਅੰਤਰ ਭਉਨ। ਕੌਣ ਕੌਣ ਬੋਲਹਿ ਕਹਿ ਤੌਨ। ਗੱਜ ਕੇ ਆਖੋ ਵਾਹਿਗੁਰੂ। ਕੋਈ ਉਹਨੂੰ ਪੁੱਛ ਲਏ ਨਾ ਵੀ ਅੰਦਰ ਕੌਣ ਕੌਣ ਬੋਲ ਰਿਹਾ, ਤੇ ਬਾਲਕ ਦੱਸ ਸਕਦਾ ਵੀ ਕੌਣ ਕੌਣ ਬੋਲ ਸਕਦਾ। ਕਿਉਂ? ਉਹਨੂੰ ਪਛਾਣ ਹੁੰਦੀ ਹੈ ਵੀ ਆਹ ਆਵਾਜ਼ ਮੇਰੀ ਮਾਂ ਦੀ ਹੈਗੀ ਹੈ ਜੀ, ਆਹ ਆਵਾਜ਼ ਮੇਰੇ ਪਿਤਾ ਦੀ ਹੈਗੀ ਹੈ, ਇਹ ਆਵਾਜ਼ ਮੇਰੀ ਭੈਣ ਦੀ ਹੈਗੀ ਹੈ। ਆਵਾਜ਼ਾਂ ਦੀ ਪਛਾਣ ਹੁੰਦੀ ਹੈ ਜੀ। ਜਿਵੇਂ ਬੱਚੇ ਨੂੰ ਆਵਾਜ਼ਾਂ ਦੀ ਪਛਾਣ ਹੁੰਦੀ ਹੈ ਨਾ ਜੀ। ਹਾਂਜੀ। ਤਬ ਬਾਲਕ ਸੁਨ ਜੌਨ ਅਲਾਵੈ। ਉਹ ਦੱਸ ਦਿੰਦਾ, ਮਹਾਰਾਜ ਕਹਿਣ ਲੱਗੇ। ਹਾਂਜੀ। ਪ੍ਰਿਥਕ ਪ੍ਰਿਥਕ ਕਰ ਤਾਹੇ ਬਤਾਵੈ। ਉਹ ਬਾਹਰੋਂ ਉਹਨੂੰ ਕੋਈ ਪੁੱਛੇ ਵੀ ਦੱਸ ਅੰਦਰੋਂ ਕੌਣ ਬੋਲ ਰਿਹਾ, ਉਹ ਦੱਸ ਦੇਗਾ ਬਾਹਰ ਖਲੋਤੇ ਵਿਅਕਤੀ ਨੂੰ ਵੀ ਕੌਣ ਕੌਣ ਅੰਦਰ ਬੋਲ ਰਿਹਾ। ਹਾਂਜੀ। ਇਹ ਮਮ ਪਿਤਾ ਬਾਕ ਇਹ ਮਾਤਾ। ਉਹ ਦੱਸੇਗਾ ਆ ਜਿਹੜੀ ਗੱਲ ਕੀਤੀ ਹੈ ਮੇਰੇ ਪਿਤਾ ਨੇ ਕੀਤੀ ਹੈ, ਆਵਾਜ਼ ਮੇਰੇ ਪਿਤਾ ਦੀ ਹੈ, ਇਹ ਮੇਰੀ ਮਾਂ ਦੀ ਆਵਾਜ਼ ਹੈ। ਪਛਾਣ ਹੁੰਦੀ ਹੈ। ਹਾਂਜੀ। ਇਹ ਭਗਨੀ ਬਚ ਇਹ ਕਹਿ ਭਰਾਤਾ। ਇਹ ਆਵਾਜ਼ ਮੇਰੀ ਭੈਣ ਦੀ ਸੀ, ਆਹ ਗੱਲ ਮੇਰੀ ਭੈਣ ਨੇ ਕੀਤੀ ਹੈ, ਆਹ ਗੱਲ ਮੇਰੇ ਭਰਾ ਨੇ ਕੀਤੀ ਹੈ। ਭਾਵੇਂ ਕੰਧ ਹੈ, ਅੰਦਰ ਬੈਠੇ ਹੈ, ਆਵਾਜ਼ ਦੀ ਪਛਾਣ ਨਾਲ ਉਹਨੂੰ ਪਤਾ ਲੱਗ ਜਾਂਦਾ ਹੈ। ਹਾਂਜੀ। ਇਮ ਸਮਝੇ ਹੋਗੋ ਹੋਏ ਸਵਧਾਨਾ। ਮਹਾਰਾਜ ਕਹਿਣ ਲੱਗੇ ਜਿਵੇਂ ਬਾਲਕ ਨੂੰ ਪਤਾ ਲੱਗ ਜਾਂਦਾ ਹੈ ਨਾ ਕਿਹੜੀ ਆਵਾਜ਼ ਭੈਣ ਦੀ ਹੈ, ਕਿਹੜੀ ਆਵਾਜ਼ ਭਰਾ ਦੀ ਹੈ, ਉਵੇਂ ਤੁਹਾਨੂੰ ਵੀ ਸਾਰਾ ਗਿਆਨ ਹੋ ਜਾਏਗਾ। ਕਹਿਣ ਲੱਗੇ ਵਰ ਦੇ ਦਿੱਤਾ ਜੀ। ਹਾਂਜੀ। ਲਿਖ ਗੁਰਬਾਣੀ ਸਫਲ ਮਹਾਨਾ। ਤੁਸੀਂ ਗੁਰਬਾਣੀ ਲਿਖੋ, ਸਫਲ ਬਾਣੀ ਲਿਖੋ, ਸਫਲ ਬਾਣੀ। ਹਾਂਜੀ। ਇਮ ਸੁਣ ਕੇ ਭਾਈ ਗੁਰਦਾਸ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ, ਉਹਨਾਂ ਨੂੰ ਪਤਾ ਲੱਗਾ ਵੀ ਮੈਨੂੰ ਵਰ ਦੇਤਾ ਮਹਾਰਾਜ ਨੇ। ਹਾਂਜੀ। ਧਰਿਓ ਸੀਸ ਪਗ ਪੰਕਜ ਪਾਸੂ। ਤੇ ਭਾਈ ਗੁਰਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ ਤੇ ਫਿਰ ਸਿਰ ਰੱਖ ਦਿੱਤਾ ਜੀ। ਆਪਾਂ ਵੀ ਰੱਖੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ। ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਭਾਈ ਗੁਰਦਾਸ ਜੀ ਤੇ ਕੀਤੀ ਜੀ। ਹਾਂਜੀ। ਤੀਨ ਕਾਲ ਗਿਆਤਾ ਹੋਏ ਆਈ। ਤੇ ਭਾਈ ਗੁਰਦਾਸ ਜੀ ਫਿਰ ਤਿੰਨਾਂ ਲੋਕਾਂ ਦੇ ਗਿਆਤੇ ਹੋ ਗਏ ਜੀ। ਵਾਹਿਗੁਰੂ ਤਿੰਨਾਂ ਕਾਲਾਂ ਦੇ ਜੀ, ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ, ਸਭ ਉਹਨਾਂ ਨੂੰ ਪਤਾ ਲੱਗ ਗਿਆ ਜੀ। ਕਿਸ ਸਮੇਂ ਕਿਹੜੇ ਸਤਿਗੁਰੂ ਜੀ ਦੀ ਇਹ ਬਾਣੀ ਹੈ, ਕਿਸ ਸਮੇਂ ਉਚਾਰੀ ਹੈ, ਸਭ ਪਤਾ ਲੱਗ ਗਿਆ ਜੀ। ਹਾਂਜੀ।
ਕਾਗਦ ਕੇ ਸੁਧਾਰ ਕਰ ਪਤਰੇ। ਫਿਰ ਕਾਗਜ਼ ਦੇ ਪੱਤਰੇ ਸੁਧਾਰ ਕੇ ਇੱਕ ਰਸ ਬਰਾਬਰ ਕਰਕੇ, ਹਾਂਜੀ, ਰੁਚਿਰ ਪ੍ਰਮਾਨ ਕੀਨ ਤਬ ਕਤਰੇ। ਉਹਨਾਂ ਨੂੰ ਐ ਸੁਧਾਰ ਕੇ ਨਾ, ਕਾਗਜ਼ ਉਸ ਸਮੇਂ ਕਾਗਜ਼ ਤਿਆਰ ਕਰਨਾ ਸੌਖਾ ਕੰਮ ਨਹੀਂ ਸੀਗਾ ਜੀ। ਅੱਜ ਤੇ ਮਿੱਲਾਂ ਨੇ, ਉਸ ਸਮੇਂ ਨਹੀਂ ਸੀ ਹੈਗੀਆਂ ਜੀ। ਕਾਗਜ਼ ਬੜੀ ਮਿਹਨਤ ਨਾਲ ਪ੍ਰਾਪਤ ਕਰਕੇ ਉਹਨੂੰ ਕੱਟ ਕੇ ਬਰਾਬਰ ਕੀਤਾ ਜੀ, ਹਾਂਜੀ। ਪਾਏ ਨੀਰ ਸਿਆਹੀ ਕਰ ਤਿਆਰੀ। ਰਾਮਸਰ ਸਰੋਵਰ ਵਿੱਚੋਂ ਸਿਆਹੀ ਵਿੱਚ ਜਲ ਪਾ ਕੇ ਸਿਆਹੀ ਤਿਆਰ ਕੀਤੀ ਜੀ। ਸ਼ਾਹੀ ਕਰਨ ਦੇ ਨੁਕਤੇ ਵੀ ਪੁਰਾਣੇ ਗ੍ਰੰਥਾਂ 'ਚ ਮਿਲ ਜਾਂਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਾਓ ਤੇ ਸ਼ਾਹੀ ਬਣਦੀ ਹੈ, ਹਾਂਜੀ। ਗੁਰੂ ਸਿਮਰ ਲੇਖਣ ਕਰ ਧਾਰੀ। ਤੇ ਫਿਰ ਗੁਰੂ ਜੀ ਨੂੰ ਯਾਦ ਕਰਕੇ ਭਾਈ ਗੁਰਦਾਸ ਜੀ ਨੇ ਆਪਣੇ ਹੱਥ ਵਿੱਚ ਕਲਮ ਫੜੀ ਹੈ ਜੀ। ਤੇ ਮਹਾਰਾਜ ਬਾਣੀ 'ਚ ਲਿਖਦੇ ਨਾ, ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਭਾਗਾਂ ਵਾਲੇ ਹੱਥ ਨੇ ਜੀ, ਹਾਂਜੀ। ਭਾਈ ਗੁਰਦਾਸ ਜੀ ਦੇ ਭਾਗਾਂ ਵਾਲੀ ਉਹ ਕਲਮ ਹੈ ਜੀ, ਭਾਗਾਂ ਵਾਲਾ ਕਾਗਜ਼ ਹੈ, ਭਾਗਾਂ ਵਾਲੀ ਸਿਆਹੀ ਹੈ, ਤੇ ਭਾਗਾਂ ਵਾਲਾ ਹੈ ਭਾਈ ਗੁਰਦਾਸ ਜੀ ਦਾ ਸਰੀਰ ਜੀ। ਹੁਣ ਅੱਗੋਂ ਮਹਾਰਾਜ ਜਿਵੇਂ ਬਾਣੀ ਉਚਾਰਦੇ ਆ, ਭਾਈ ਗੁਰਦਾਸ ਜੀ ਲਿਖਦੇ ਜਾਂਦੇ ਆ, ਇਹ ਸਭ ਕੁਝ ਕਿਹਦੇ ਵਾਸਤੇ ਕੀਤਾ? ਸਾਡੇ ਭਲੇ ਵਾਸਤੇ ਕੀਤਾ। ਮਹਾਰਾਜ ਕਿਰਪਾ ਕਰਨ, ਪੰਕਤੀ ਪੜੋ ਫਿਰ ਖਿਮਾ ਮੰਗੀਏ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਗੱਜ ਕੇ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਗੱਜ ਕੇ। ਸਤਿਗੁਰ ਦੇਵ ਪਰਤਖ ਹਰ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ,
ਅੰਮ੍ਰਿਤ ਬਚਨ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ, ਤਰਸ ਕਰਨ। ਅਸੀਂ ਗੁਰੂ ਜੀ ਦੇ ਅੰਮ੍ਰਿਤ ਬਚਨ ਸਦਾ ਹੀ ਸੁਣਦੇ ਰਹੀਏ। ਗੁਰੂ ਜੀ ਦੀ ਅੰਮ੍ਰਿਤ ਰੂਪ ਕਥਾ ਸਦਾ ਹੀ ਸੁਣਦੇ ਰਹੀਏ। ਮਹਾਰਾਜ ਕਿਰਪਾ ਕਰਨ। ਭਾਈ ਗੁਰਦਾਸ ਜੀ ਨੂੰ ਵਰ ਦਿੱਤਾ। ਭਾਈ ਗੁਰਦਾਸ ਜੀ, ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਸ਼ਬਦ ਕਿਹੜੀ ਪਾਤਸ਼ਾਹੀ ਦਾ ਹੈ। ਮਹੱਲਾ ਜਿਹੜਾ ਆਪਾਂ ਪੜ੍ਹਦੇ ਹਾਂ, ਮਹੱਲੇ ਦੀ ਪ੍ਰਾਰੰਭਤਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ। ਮਹੱਲੇ ਦਾ ਅਰਥ ਨਹੀਂ ਕਈਆਂ ਨੂੰ ਪਤਾ ਲੱਗਦਾ। ਕਈ ਮਹਿਲਾ ਵੀ ਪੜ੍ਹ ਦਿੰਦੇ ਆ। ਮਹਿਲੇ ਦਾ ਅਰਥ ਹੁੰਦਾ ਹੈ ਇਸਤਰੀ। ਮਹੱਲਾ ਆਪਾਂ ਜਿਹਨੂੰ ਕਹਿੰਦੇ ਨਾ ਵੀ ਫਲਾਣਾ ਮਹੱਲਾ, ਉਹ ਮਹੱਲਾ ਅਸਲ 'ਚ ਸ਼ਬਦ ਨਹੀਂ ਹੈਗਾ। ਉਹਨੂੰ ਕਹਿੰਦੇ ਮੁਹੱਲਾ, ਇਲਾਕਾ। ਮਹੱਲੇ ਦਾ ਅਰਥ ਹੁੰਦਾ ਹੈ, ਮਹੱਲਾ ਸ਼ਬਦ ਮਹੱਲ ਤੋਂ ਬਣਿਆ ਹੈ। ਇਹਦਾ ਅਰਥ ਹੈ ਸਰੂਪ। ਮਹੱਲਾ ਪਹਿਲਾ, ਪਹਿਲਾ ਸਰੂਪ ਗੁਰੂ ਨਾਨਕ ਸਾਹਿਬ। ਮਹੱਲਾ ਦੂਜਾ, ਦੂਸਰਾ ਸਰੂਪ ਗੁਰੂ ਅੰਗਦ ਦੇਵ ਜੀ। ਮਹੱਲਾ ਤੀਜਾ, ਤੀਸਰਾ ਸਰੂਪ ਗੁਰੂ ਅਮਰਦਾਸ ਜੀ। ਮਹੱਲਾ ਚੌਥਾ, ਚੌਥਾ ਸਰੂਪ ਗੁਰੂ ਰਾਮਦਾਸ ਜੀ। ਮਹੱਲਾ ਪੰਜਵਾਂ, ਪੰਜਵਾਂ ਸਰੂਪ ਗੁਰੂ ਅਰਜਨ ਦੇਵ ਜੀ। ਹੁਣ ਨਾਮ ਲਿਖਣ ਤੋਂ, ਕਿਉਂ ਨਾਮ ਲਿਖਦੇ ਤੇ ਸਾਧ ਸੰਗਤ ਜੀ, ਉਹਦੇ ਤੋਂ ਵਧੀਆ ਮਹਾਰਾਜ ਨੇ ਮਹੱਲਾ ਪਾ ਦਿੱਤਾ। ਭਾਈ ਮਹੱਲੇ ਦਾ ਅਰਥ ਹੈ ਸਰੂਪ। ਇਸ ਸਰੂਪ ਦੀ ਬਾਣੀ ਹੈ। ਸੋ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਨੂੰ